ਸਾਲ ਹੋ ਗਿਆ, ਸਿਰਫ ਇੱਕ ਟੀਕਾ ਨਵਾਂ ਆਇਆ, ਬਾਕੀ ਜਿਹੜੀ ਸਥਿਤੀ ਉਹ ਪਹਿਲਾਂ ਨਾਲੋਂ ਵੱਧ ਗਈ ਆ। ਹੁਣ ਲੋਕਾਂ ਦਾ ਸ਼ੱਕ ਨਾ ਇੱਥੇ ਦੂਰ ਹੋ ਰਿਹਾ, ਕਹਿੰਦੇ ਬਾਹਰੋਂ ਆ ਰਹੇ ਨੇ, ਹੁਣ ਤਾਂ ਅਸੀਂ ਲਵਾਈ ਲੈਣੀ। ਪਰ 7-8 ਕੰਪਨੀਆਂ ਨੇ ਜਿਹੜੀਆਂ ਉਹ ਦਵਾਈ ਬਣਾਉਂਦੀਆਂ ਨੇ ਤੇ ਇਸ ਵੇਲੇ ਕਹਿੰਦੇ ਇਹ 2-3 ਦਵਾਈਆਂ ਜਿਹੜੀਆਂ ਨੇ ਤੁਸੀਂ ਕਿਤੇੋਂ ਪੁੱਛ ਲਓ ਕਿ ਤੁਹਾਨੂੰ ਮਿਲੇਗੀ ਨਹੀਂ। ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਕਿ ਸਾਨੂੰ ਫਸਾਉਣ ਦੀ ਸਾਜ਼ਿਸ਼ ਸੀ ਤੇ ਉਹ ਸਾਜ਼ਿਸ਼ ਬੇਨਕਾਬ ਹੋ ਗਈ ਹੈ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣ ਦੇ ਨਾਲ। ਤੇ ਅਸਤੀਫਾ ਅਜੇ ਮਨਜ਼ੂਰ ਨਹੀਂ ਹੋਇਆ। ਇਹ ਸਿਰਫ ਇੱਕ ਜਾਣਕਾਰੀ ਦਿੱਤੀ ਆ, ਉਹ ਵੀ ਕੁੰਵਰ ਵਿਜੇ ਪ੍ਰਤਾਪ ਜੀ ਨੇ ਖੁਦ, ਜਿਸ ਵਿੱਚ ਉਹਨਾਂ ਨੇ ਕਹਿਤੀ ਗੱਲ ਕਿ ਮੇਰੀ ਗੱਲ ਉਹ ਮੰਨਣ ਲਈ ਤਿਆਰ ਹੋ ਗਏ ਨੇ ਤੇ ਮੈਂ ਅਸਤੀਫੇ ਤੇ ਬਿਲਕੁਲ ਅੜਿਆ ਹੋਇਆ। ਅੱਗੇ ਦੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਮੈਂ ਮੁੱਖ ਮੰਤਰੀ ਸਾਹਿਬ ਨੂੰ ਮਨਾ ਲਿਆ ਤੇ ਉਹ ਮੈਨੂੰ ਮਨਾ ਨਹੀਂ ਸਕੇ ਤੇ ਪਰ ਮੈਂ ਉਹਨਾਂ ਨੂੰ ਮਨਾ ਲਿਆ ਤੇ ਇੱਕ ਕਿਸਮ ਦਾ ਮੈਂ ਜਿੱਤ ਕੇ ਵਾਪਸ ਜਾ ਰਿਹਾ। ਕੁਝ ਵਿਧਾਇਕਾਂ ਨੇ ਤੇ ਮੰਤਰੀਆਂ ਨੇ ਗੱਲ ਆਖੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਇਸ ਮਾਮਲੇ ਦੇ ਵਿੱਚ ਮੀਡੀਆ ਦੇ ਸਾਹਮਣੇ ਜਾ ਕੇ ਵੱਡੀ ਗਲਤੀ ਕੀਤੀ ਹੈ ਜਿਹੜੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ। ਇਸ ਕਰਕੇ ਇਹਨਾਂ ਨੂੰ ਹੁਣ ਹਟਾ ਦੇਣਾ ਚਾਹੀਦਾ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਭੁੱਲ ਜਾਣਾ ਚਾਹੀਦਾ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ 'ਚ ਸਵਾਗਤ। ਅੱਜ ਦੇ ਪ੍ਰੋਗਰਾਮ ਜਿਹੜੇ ਮੁੱਦੇ ਵਿਚਾਰਨੇ ਨੇ ਉਹਨਾਂ ਦੇ ਵਿੱਚ ਹੈ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਹੋਇਆ ਮਨਜ਼ੂਰ, ਅੱਗੇ ਕੀ ਹੋਏਗਾ, ਦੀਪ ਸਿੱਧੂ ਦੀ ਹੋਈ ਜ਼ਮਾਨਤ ਤੇ ਅਮਰੀਕਾ ਵਿੱਚ ਅਡਾਨੀ ਦੀ ਕਿਹੜੀ ਕੰਪਨੀ ਨੂੰ ਲੱਗਾ ਵੱਡਾ ਝਟਕਾ। ਇਹਨਾਂ ਮੁੱਦਿਆਂ ਤੋਂ ਇਲਾਵਾ ਕੁਝ ਹੋਰ ਮੁੱਦੇ ਵੀ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨਾਂ ਦੇ ਨਾਲ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਤੇ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਉਹ ਹੈ ਕਰੋਨਾ, ਫਿਰ ਤੋਂ ਡਰਾਉਣ ਲੱਗ ਪਿਆ ਤੇ ਇਸ ਵੇਲੇ ਤਾਜ਼ਾ ਸਥਿਤੀ ਅੰਮ੍ਰਿਤਪਾਲ ਸ਼ਰਮਾ ਜੀ ਤੁਸੀਂ ਦੱਸ ਦਿਓ। ਕਰੋਨਾ ਦੀ ਸਥਿਤੀ ਜਿਸ ਵੀ ਅਖਬਾਰ ਨੂੰ ਦੇਖ ਲਓ, ਜਿਸ ਵੀ ਟੈਲੀਵਿਜ਼ਨ ਨੂੰ ਸ਼ੁਰੂ ਕਰ ਲਓ, ਸਭ ਤੋਂ ਪਹਿਲਾਂ ਇਸੇ ਹੀ ਬਿਮਾਰੀ ਦੀ ਗੱਲ ਆ ਰਹੀ ਹੈ ਤੇ ਅਸੀਂ ਕਾਫੀ ਦਿਨਾਂ ਤੋਂ ਇਸ ਗੱਲ ਦੀ ਗੱਲ ਕਰਦੇ ਹਾਂ ਕਿ ਸਾਲ ਹੋ ਗਿਆ, ਸਿਰਫ ਇੱਕ ਟੀਕਾ ਨਵਾਂ ਆਇਆ, ਬਾਕੀ ਜਿਹੜੀ ਸਥਿਤੀ ਉਹ ਪਹਿਲਾਂ ਨਾਲੋਂ ਵੱਧ ਗਈ ਆ। ਅੱਜ ਦੀ ਜੋ ਸਥਿਤੀ ਆ 2.25 ਲੱਖ ਤੋਂ ਵੀ ਮਾਮਲੇ ਜਿਹੜੇ ਆ ਰੋਜ਼ ਦੇ ਵੱਧ ਗਏ ਨੇ। ਸਾਡੇ ਮੁਲਕ 'ਚ ਨਹੀਂ ਵਧੇ, ਜਰਮਨੀ ਦੇ ਵਿੱਚ ਵੀ 30,000 ਤੋਂ ਜ਼ਿਆਦਾ ਕੇਸ ਜਿਹੜੇ ਵੱਧ ਆਏ ਆ, ਥਾਈਲੈਂਡ 'ਚ ਵੀ ਬਹੁਤ ਕੇਸ ਵੱਧ ਆਏ ਆ, ਹੋਰਨਾਂ ਮੁਲਕਾਂ ਦਾ, ਯੂਰਪ ਦਾ ਤੇ ਬ੍ਰਾਜ਼ੀਲ ਦਾ, ਅਮਰੀਕਾ ਦਾ ਵੀ ਲਬੋ ਲਬਾਬ ਜਿਹੜਾ ਇਹੋ ਜਿਹਾ ਹੀ। ਪਰ ਸਾਡੇ ਇੱਥੇ ਜਿਹੜੀ ਰਾਜਨੀਤੀ ਆ ਉਹ ਉਸੇ ਤਰ੍ਹਾਂ ਹੀ ਭਾਰੂ ਆ, ਬਾਕੀ ਚੀਜ਼ਾਂ ਭਾਵੇਂ ਘੱਟ ਵੱਧ ਗਈਆਂ ਹੋਣ। ਜਦੋਂ ਅਸੀਂ ਕਰੋਨਾ ਦੀ ਗੱਲ ਕਰਦੇ ਹਾਂ ਤੇ ਅੱਜ ਦੀ ਹੀ ਇੱਕ ਇਹੋ ਜਿਹੀ ਹੀ ਖਬਰ ਹੈ ਕਿ ਨਕਲੀ ਟੀਕੇ ਜਿਹੜੇ ਉਹ ਵੀ ਮਿਲਣ ਲੱਗ ਪਏ ਨੇ ਤੇ ਟੀਕਿਆਂ ਦੀ ਜਿਹੜੀ ਕਾਲਾ ਬਾਜ਼ਾਰੀ ਆ ਉਹ ਵੀ ਸ਼ੁਰੂ ਹੋ ਗਈ। ਜਦੋਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਡਾ ਮੁਲਕ ਗੁਜ਼ਰ ਰਿਹਾ ਹੈ ਤੇ ਫਿਰ ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ, ਅਸੀਂ ਬਹੁਤ ਵਾਰੀ ਗੱਲ ਕੀਤੀ ਆ ਕਿ ਲੋਕਾਂ ਦਾ ਹਾਲੇ ਤੱਕ ਟੀਕੇ ਤੇ ਵਿਸ਼ਵਾਸ ਵੀ ਪੂਰੀ ਤਰ੍ਹਾਂ ਨਹੀਂ ਬਣਿਆ। ਬੜੇ ਦਿਨਾਂ ਤੋਂ ਲੋਕ ਇਸ ਸ਼ੱਕ ਦੇ ਵਿੱਚ ਹਨ ਕਿ ਟੀਕਾ ਲਗਵਾਈਏ ਜਾਂ ਨਾ ਲਗਵਾਈਏ। ਵੈਸੇ ਹੁਣ ਲੋਕਾਂ ਦਾ ਸ਼ੱਕ ਨਾ ਇੱਥੇ ਦੂਰ ਹੋ ਰਿਹਾ, ਕਹਿੰਦੇ ਬਾਹਰੋਂ ਆ ਰਹੇ ਨੇ, ਹੁਣ ਤਾਂ ਅਸੀਂ ਲਵਾਈ ਲੈਣਾ। ਜੀ, ਉਹ ਬਾਹਰੋਂ ਆਉਣ ਵਾਲੀ ਗੱਲ ਵੀ ਆਪਾਂ ਕਈ ਵਾਰ ਕੀਤੀ ਆ ਕਿ ਉਹ ਕਿਵੇਂ ਆ ਰਹੇ ਨੇ, ਕਦੋਂ ਆ ਰਹੇ ਨੇ, ਕਿੱਦਾਂ ਆਉਣੇ ਨੇ ਤੇ ਅਸੀਂ ਅਖਬਾਰ 'ਚ ਵੀ ਪੜ੍ਹਦੇ ਆ ਕਿ ਬਾਹਰੋਂ ਟੀਕੇ ਆ ਰਹੇ ਨੇ ਕਿ ਇੱਥੋਂ ਬਾਹਰ ਟੀਕੇ ਜਾ ਰਹੇ ਨੇ। ਰਿਸਰਚ ਉੱਥੇ ਹੋਈ ਆ ਪਰ ਜਿਹੜੀ ਪ੍ਰੋਡਕਸ਼ਨ ਹੈ ਉਹ ਇੱਥੇ ਹੋ ਰਹੀ ਹੈ। ਤੇ ਇਸ ਦੇ ਨਾਲ ਜਿਹੜੀ ਕੱਲ੍ਹ ਦੀ ਪ੍ਰਧਾਨ ਮੰਤਰੀ ਸਾਹਿਬ ਨੇ ਸਮੀਖਿਆ ਕੀਤੀ ਆ ਤੇ ਉਹਨਾਂ ਨੇ ਦੇਖਿਆ ਕਿ ਆਕਸੀਜਨ ਦੀ ਜਿਹੜੀ ਆ ਵੱਡੀ ਕਮੀ ਸਾਹਮਣੇ ਆ ਰਹੀ ਆ। 50,000 ਮੀਟ੍ਰਿਕ ਟਨ ਆਕਸੀਜਨ ਉਹਨਾਂ ਨੇ ਬਾਹਰੋਂ ਮੰਗਵਾਉਣ ਦੀ ਗੱਲ ਕੀਤੀ ਆ। ਤੇ ਇੰਨੀ ਵੱਡੀ ਮਾਤਰਾ 'ਚ ਅਸੀਂ ਜੇ ਆਕਸੀਜਨ ਵੀ ਬਾਹਰੋਂ ਮੰਗਾ ਰਹੇ ਹਾਂ ਤੇ ਇੱਥੇ ਸਿਸਟਮ ਦੇ ਵਿੱਚ ਫਿਰ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ। ਕਾਫੀ ਸਾਰੇ ਹਸਪੀਟਲ ਆ ਜਿਨ੍ਹਾਂ ਦੇ ਪਲਾਂਟਸ ਦੇ ਵਿੱਚ ਆਕਸੀਜਨ ਜਿਹੜੀ ਆ ਉਹ ਨਹੀਂ ਮਿਲ ਰਹੀ। ਮੇਰੇ ਆਪ ਦੀ ਜਾਣਕਾਰੀ ਦੇ ਵਿੱਚ ਕੁਝ ਲੋਕ ਨੇ ਜਿਹੜੇ ਕਮਰਸ਼ੀਅਲ ਆਕਸੀਜਨ ਦਾ ਕੰਮ ਕਰਦੇ ਸੀ, ਜਿਹੜੇ ਵੈਲਡਿੰਗ ਵਗੈਰਾ ਲਈ ਆਕਸੀਜਨ ਦਿੰਦੇ ਸੀ, ਉਹਨਾਂ ਨੂੰ ਡੀਸੀ ਤੋਂ ਟੈਲੀਫੋਨਸ ਆ ਗਏ ਨੇ, ਲੈਟਰ ਵੀ ਜਾਰੀ ਹੋ ਗਏ ਨੇ ਕਿ ਤੁਸੀਂ ਆਕਸੀਜਨ ਜਿਹੜੀ ਸਪਲਾਈ ਆ ਉਹ ਕਿਸੇ ਵੀ ਕਮਰਸ਼ੀਅਲ ਨੂੰ, ਕਿਸੇ ਵੀ ਵੈਲਡਿੰਗ ਵਾਲੇ ਨੂੰ ਜਾਂ ਕਿਸੇ ਵੀ ਇੰਡਸਟਰੀ ਨੂੰ ਨਹੀਂ ਦੇਣੀ, ਸਿਰਫ ਔਰ ਸਿਰਫ ਜਿਹੜੀ ਤੁਸੀਂ ਆਕਸੀਜਨ ਆ ਉਹ ਮਰੀਜ਼ਾਂ ਨੂੰ ਹੀ ਦੇਣੀ ਆ। ਹਾਲਾਂਕਿ ਉਹਨਾਂ ਕੋਲ ਲਾਇਸੈਂਸ ਸੀ ਮੈਡੀਕਲ ਆਕਸੀਜਨ ਦਾ, ਜਿਨ੍ਹਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਕਿ ਤੁਸੀਂ ਕਿਤੇ ਨਹੀਂ ਦੇਣੀ। ਤੇ ਇਸ ਦੇ ਚੱਲਦੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੇ ਆਕਸੀਜਨ ਲੈ ਕੇ ਟਰਾਂਸਪੋਰਟ ਘੁੰਮਣਗੇ, ਜਿਹੜੇ ਟਰੱਕ ਜਾਂ ਟੈਂਕਰ ਨੇ, ਉਹਨਾਂ ਦਾ ਕੋਈ ਪਰਮਿਟ ਨਹੀਂ ਹੋਊਗਾ, ਉਹਨਾਂ ਦੀ ਚੈਕਿੰਗ ਨਹੀਂ ਹੋਊਗੀ। ਤੇ ਜਦੋਂ ਅਸੀਂ ਭਾਰਤ ਦੀ ਗੱਲ ਕਰੀਏ ਤੇ ਯੂਪੀ ਭਾਰਤ ਦਾ ਇੱਕ ਵੱਡਾ ਪ੍ਰਾਂਤ ਆ। ਯੂਪੀ ਦੀ ਰਾਜਧਾਨੀ ਲਖਨਊ, ਮੁੱਖ ਮੰਤਰੀ ਸਾਹਿਬ ਵੀ ਕਰੋਨਾ ਤੋਂ ਪੋਜ਼ਿਟਿਵ ਨੇ, ਜਿਹੜੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਉਹ ਵੀ ਕਰੋਨਾ ਤੋਂ ਪੋਜ਼ਿਟਿਵ ਨੇ। ਤੇ ਲਖਨਊ ਦੀ ਜਦੋਂ ਗੱਲ ਕਰਦੇ ਹਾਂ ਅਸੀਂ ਤੇ ਲਖਨਊ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਨੇ
ਉਹ ਰਾਜਨਾਥ ਸਿੰਘ ਨੇ ਤੇ ਭਾਰਤ ਦੇ ਉਹ ਰੱਖਿਆ ਮੰਤਰੀ ਨੇ ਤੇ ਭਾਰਤ ਦੀ ਜਿਹੜੀ ਰੱਖਿਆ ਦੀ ਵੱਡੀ ਇੱਕ ਸੰਸਥਾ ਆ DRDO ਡਿਫੈਂਸ ਰਿਸਰਚ ਨਾਲ ਉਹ ਜਿਹੜੀ ਸੰਬੰਧਿਤ ਕੰਮ ਕਰਦੀ ਹੈ ਸੰਸਥਾ ਤੇ ਉਹ ਲਖਨਊ ਦੇ ਵਿੱਚ 2 ਵੱਡੇ ਹਸਪਤਾਲ ਸਿਰਫ ਕੋਵਿਡ ਲਈ ਬਣਾ ਰਹੀ ਆ 800 ਬੈੱਡ ਦੇ ਨੇੜੇ ਤੇੜੇ ਉਹਨਾਂ ਦੀ ਜਿਹੜੀ ਆ ਸੰਖਿਆ ਦੱਸੀ ਜਾ ਰਹੀ ਹੈ ਸੋ ਕੁੱਲ ਮਿਲਾ ਕੇ ਜਦੋਂ ਅਸੀਂ ਕਰੋਨਾ ਦੀ ਗੱਲ ਕਰੀਏ ਤੇ ਹਿੰਦੁਸਤਾਨ ਦੇ ਵਿੱਚ ਕਰੋਨਾ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਵਿਗੜੇ ਹੋਏ ਨੇ ਸਰ ਅੱਜ ਦੀ ਇੱਕ ਹੋਰ ਵੀ ਖਬਰ ਸੀਗੀ ਕਿ ਜੋ ਅੰਕੜੇ ਸਰਕਾਰ ਦੱਸ ਰਹੀ ਆ ਅਸਲ ਜਿਹੜੇ ਅੰਕੜੇ ਆ ਉਸ ਤੋਂ ਵੱਧ ਨੇ ਉਸ ਦੀ ਪੁਸ਼ਟੀ ਅਖਬਾਰ ਦੇ ਹੀ ਪੱਤਰਕਾਰਾਂ ਨੇ ਆਪ ਦੇ ਤੌਰ ਤੇ ਉੱਥੇ ਜਾ ਕੇ ਸ਼ਹਿਰਾਂ ਦੇ ਵਿੱਚ ਦੇਖ ਕੇ ਦੱਸੀ ਆ ਕਿ ਜਿੱਥੇ ਵੀ ਕਿਤੇ ਸ਼ਮਸ਼ਾਨ ਸੀ ਉਹ ਲਖਨਊ ਦੀ ਵੀ ਖਬਰ ਸੀ ਹੋਰ ਸ਼ਹਿਰਾਂ ਤੋਂ ਵੀ ਖਬਰ ਸੀ ਕਿ ਸ਼ਮਸ਼ਾਨ ਘਾਟ ਦੇ ਬਾਹਰ ਲਾਈਨ ਲੱਗੀ ਹੋਈ ਆ ਮੁਰਦਿਆਂ ਨੂੰ ਆਖਰੀ ਸੰਸਕਾਰ ਕਰਨ ਲਈ ਜਾਂ ਜਲਾਉਣ ਲਈ ਵੀ ਜਿਹੜਾ ਸਮਾਂ ਹੈ ਉਹ ਨਹੀਂ ਮਿਲ ਰਿਹਾ ਤੇ ਕੁਝ ਸ਼ਹਿਰਾਂ ਦੇ ਵਿੱਚ ਇਹ ਵੀ ਖਬਰ ਆਈ ਆ ਕਿ ਸ਼ਮਸ਼ਾਨ ਘਾਟ ਵਾਲਿਆਂ ਨੇ ਹਸਪਤਾਲ ਵਾਲਿਆਂ ਨਾਲ ਸੰਪਰਕ ਕੀਤਾ ਕਿ ਤੁਸੀਂ ਥੋੜੀ ਦੇਰ ਰੁਕ ਕੇ ਜਿਹੜੀਆਂ ਬੋਡੀਜ਼ ਆ ਉਹਨਾਂ ਨੂੰ ਜਾਰੀ ਕਰੋ ਤੋ ਗੱਲ ਉੱਥੇ ਦੀ ਉੱਥੇ ਆ ਪਰਮਿੰਦਰ ਜੀ ਕਿ ਬਚਾਅ ਜਿਹੜਾ ਆ ਉਹ ਕਿਵੇਂ ਹੋਵੇਗਾ ਤੇ ਕਿੱਦਾਂ ਕਰਾਂਗੇ ਅਸੀਂ ਜਦੋਂ ਅਸੀਂ ਪ੍ਰੋਗਰਾਮ 'ਚ ਗੱਲ ਕਰਦੇ ਹਾਂ ਕਿ ਇਲੈਕਸ਼ਨ ਜਿਹੜੀਆਂ ਆ ਉਹ 10 ਮਹੀਨੇ ਬਾਅਦ ਹੋਣੀਆਂ ਆ ਪੰਜਾਬ ਦੀ ਜੇ ਅਸੀਂ ਗੱਲ ਕਰੀਏ ਤੇ ਸਰਕਾਰਾਂ ਹੁਣੇ ਤੋਂ ਹੀ ਕੈਂਡੀਡੇਟ ਜਿਹੜੀ ਪਾਰਟੀ ਸੱਤਾ 'ਚ ਨਹੀਂ ਹੈ ਉਹ ਕੈਂਡੀਡੇਟ ਅਨਾਉਂਸ ਕਰਨ ਲਈ ਤਿਆਰ ਆ ਤੇ ਕੈਪਟਨ ਸਾਹਿਬ ਬਹੁਤ ਪਹਿਲਾਂ ਜਦੋਂ ਬਜਟ ਸੈਸ਼ਨ ਕੀਤਾ ਉਦੋਂ ਹੀ ਇਹਨਾਂ ਨੇ ਉਹ ਛੋਟਾਂ ਦੇਤੀਆਂ ਜਿਹਦੇ ਨਾਲ ਦੇਖਿਆ ਜਾਵੇ ਕਿ VOTING ਕਿਵੇਂ ਹੋਵੇਗੀ ਤੇ ਲੋਕ ਕਿੱਧਰ ਜਾਣਗੇ ਤੇ ਇੱਕ ਮਹਾਮਾਰੀ ਜਿਹੜੀ ਸਾਡੇ ਤੇ ਫੈਲੀ ਹੋਈ ਆ ਜਿਸ ਨੇ ਹਰ ਇੱਕ ਆਮ ਔਰ ਖਾਸ ਦੀ ਜਾਨ ਨੂੰ ਬਿਫਤਾ ਪਾਈ ਹੋਈ ਆ ਉਹਨੂੰ ਲੈ ਕੇ ਸਰਕਾਰਾਂ ਕਿੰਨੀਆਂ ਕੁ ਦ੍ਰਿੜ ਨੇ ਕਿੰਨੇ ਕਿ ਇਹਨਾਂ ਦੇ ਇਰਾਦੇ ਨੇ ਕੀ ਕੁਛ ਇਹ ਉਹਦੇ ਲਈ ਕਰ ਰਹੀਆਂ ਹਨ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਫਿਰ ਕਰੋਨਾ ਤੋਂ ਡਰ ਤੇ ਲੱਗਦਾ ਹੀ ਹੈ ਪਰ ਨਾਲ ਦੀ ਨਾਲ ਤੰਤਰ ਤੋਂ ਵੀ ਡਰ ਲੱਗ ਰਿਹਾ ਜੀ ਤੇ ਕੁਲਦੀਪ ਜੀ ਇਹ ਵੇਲੇ ਵਿਸ਼ੇ ਦੇ ਉੱਤੇ ਕਰੋਨਾ ਦਾ ਵਿਸ਼ਾ ਤੇ ਵੈਸੇ ਬਹੁਤ ਵਿਸ਼ਾਲ ਹੈ ਪਰ ਤੁਹਾਡੇ ਮਨ 'ਚ ਕੋਈ ਇਸ ਵੇਲੇ ਜਿਹੜੀ ਗੱਲ ਆ ਰਹੀ ਹੋਵੇ ਕਿ ਸਾਰੇ ਨਾਲ ਸਾਂਝੀ ਕਰੋ 1-2 ਦਵਾਈਆਂ ਨੇ ਜਿਹੜੀਆਂ ਭਾਰਤ ਦੇ ਡਾਕਟਰਾਂ ਨੇ ਤੇ ਭਾਰਤ ਦੇ ਸਾਇੰਸਦਾਨਾਂ ਨੇ ਵਰਤਣ ਦੀ ਖੁੱਲ੍ਹ ਦਿੱਤੀ ਪਿਛਲੇ ਸਾਲ ਜਦੋਂ ਕਰੋਨਾ ਦੁਨੀਆ ਭਰ ਦੇ ਵਿੱਚ ਵਧਿਆ ਉਹਨਾਂ ਵਿੱਚੋਂ 1-2 ਦਵਾਈਆਂ ਜੋ ਇੱਕ ਗਠੀਆ ਵਾਸਤੇ ਵਰਤੀ ਜਾਂਦੀ ਤੇ ਇੱਕ ਹੋਰ ਇਸ ਤਰ੍ਹਾਂ ਦੇ ਵਾਇਰਲ ਇਨਫੈਕਸ਼ਨ ਨੂੰ ਦੇ ਫੈਲਾਅ ਨੂੰ ਰੋਕਣ ਵਾਸਤੇ ਵਰਤੀ ਜਾਂਦੀ ਹੈ ਰੈਮਡੇਸਿਵਿਰ ਉਸ ਦਾ ਕੁਛ ਇਸ ਤਰ੍ਹਾਂ ਦਾ ਨਾਮ ਹੈ ਉਸ ਦਵਾਈ ਦੀ ਬਹੁਤ ਵੱਡੇ ਪੱਧਰ ਤੇ ਘਾਟ ਪਾਈ ਜਾ ਰਹੀ ਹੈ ਉਹ ਕਿਸ ਪੱਧਰ ਤੇ ਘਾਟ ਹੈ ਕਿ ਲੋਕਾਂ ਨੇ ਇੰਟਰਨੈਟ ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ ਕਿ ਦਵਾਈ ਕਿੱਥੋਂ ਮਿਲਦੀ ਹੈ ਤੇ ਕਿਵੇਂ ਮਿਲ ਸਕਦੀ ਹੈ ਤੇ ਉਹ ਦਵਾਈ ਦੀ ਘਾਟ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਗਈ ਉਸ ਦਾ ਰਾ ਮਟੀਰੀਅਲ ਬਾਹਰਲੇ ਦੇਸ਼ਾਂ ਤੋਂ ਵੀ ਆਉਂਦਾ ਪਰ 7-8 ਕੰਪਨੀਆਂ ਨੇ ਜਿਹੜੀਆਂ ਉਹ ਦਵਾਈ ਬਣਾਉਂਦੀਆਂ ਨੇ ਤੇ ਇਸ ਵੇਲੇ ਕਹਿੰਦੇ ਇਹ 2-3 ਦਵਾਈਆਂ ਜਿਹੜੀਆਂ ਨੇ ਤੁਸੀਂ ਕਿਤੇੋਂ ਪੁੱਛ ਲਓ ਤੇ ਤੁਹਾਨੂੰ ਮਿਲੇਗੀ ਨਹੀਂ ਤੇ ਬਾਹਰਲੇ ਦੇਸ਼ਾਂ ਨੂੰ ਵੀ ਭੇਜਣ ਦੀ ਗੱਲ ਹੋਈ ਸੀ ਪਰ ਹਾਲ ਦੀ ਘੜੀ ਤੁਹਾਨੂੰ ਯਾਦ ਹੋਵੇਗਾ ਕਿ ਕਦੇ ਟਰੰਪ ਸਾਹਿਬ ਨੇ ਵੀ ਕਿਹਾ ਸੀ ਕਿ ਫਲਾਨੀ ਦਵਾਈ ਨਰਿੰਦਰ ਮੋਦੀ ਮੰਨ ਗਏ ਨੇ ਭੇਜਣ ਲਈ ਤੇ ਅਸੀਂ ਉਹਨਾਂ ਦਾ ਥੈਂਕ ਯੂ ਕਰਦੇ ਹਾਂ ਧੰਨਵਾਦ ਕਰਦੇ ਹਾਂ ਪਰ ਇਸ ਵੇਲੇ ਸਥਿਤੀ ਜਿਹੜੀ ਅਮਰਤ ਜੀ ਨੇ ਬਿਆਨ ਕੀਤੀ ਆ ਉਹ ਇਹ ਹੈ ਕਿ ਜੋ ਇਹ ਨਹੀਂ ਪਤਾ ਲੱਗ ਰਿਹਾ ਕਿ ਬਾਹਰ ਕੀ ਭੇਜਿਆ ਜਾ ਰਿਹਾ ਤੇ ਬਾਹਰੋਂ ਕੀ ਆ ਰਿਹਾ ਆਕਸੀਜਨ ਬਾਹਰੋਂ ਮੰਗਵਾਉਣ ਦੀ ਗੱਲ ਚੱਲ ਰਹੀ ਹੈ ਨਰਿੰਦਰ ਮੋਦੀ ਸਾਹਿਬ ਨੇ ਗੱਲ ਸਪਸ਼ਟ ਕੀਤੀ ਹੈ ਕਿ ਹੋ ਸਕਦਾ ਹੈ ਕਿ ਅਸੀਂ ਆਕਸੀਜਨ ਦੇ ਸਿਲੰਡਰ ਜਿਹੜੇ ਨੇ ਜਾਂ ਕਿਸੇ ਹੋਰ ਤਰੀਕੇ ਨਾਲ ਬਾਹਰੋਂ ਜਿਹੜੀ ਮੈਡੀਕਲ ਆਕਸੀਜਨ ਹੈ ਆਮ ਤੇ ਆਕਸੀਜਨ ਬਹੁਤ ਹੈ ਪਰ ਉਹ ਮੰਗਵਾਉਣੀ ਹੈ ਔਰ ਜਿਵੇਂ ਜਿਹੜੀਆਂ ਸਖਤੀਆਂ ਪਾਬੰਦੀਆਂ ਲੱਗ ਰਹੀਆਂ ਨੇ ਛੋਟਾਂ ਦਿੱਤੀਆਂ ਜਾ ਰਹੀਆਂ ਨੇ ਉਹ ਵੀ ਗੱਲ ਕਲੀਅਰ ਕੀਤੀ ਹੈ ਕੇਸ ਇੰਨੇ ਜ਼ਿਆਦਾ ਆ ਰਹੇ ਨੇ ਹਾਲਾਤ ਬਹੁਤ ਪਤਲੇ ਹੈ ਔਰ ਦਵਾਈਆਂ ਟੀਕੇ ਇਲਾਜ ਆਕਸੀਜਨ ਔਰ ਜਿਹੜੇ ਜਿੰਨੇ ਵੈਂਟੀਲੇਟਰ ਨੇ ਇਹ ਸਾਰੀਆਂ ਚੀਜ਼ਾਂ ਤੇ ਬਿਸਤਰਿਆਂ ਦੀ ਘਾਟ ਪਾਈ ਜਾ ਰਹੀ ਹੈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਤੇ ਹੋਰ ਕਈ ਸੂਬਿਆਂ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ 90% ਤੋਂ ਵੱਧ ਫੁੱਲ ਨੇ ਕੋਵਿਡ ਸੈਂਟਰ ਬਣਾ ਦਿੱਤੇ ਗਏ ਨੇ ਤੇ ਦੂਸਰੀਆਂ ਬਿਮਾਰੀਆਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਸਮਾਂ ਨਹੀਂ ਮਿਲ ਰਿਹਾ ਸਰਜਰੀਆਂ ਵੀ ਤਕਰੀਬਨ ਰੁਕ ਗਈਆਂ ਨੇ ਤੇ ਹੋਰ ਕਈ ਕੰਮਕਾਜ ਰੁਕ ਗਏ ਨੇ ਸੋ ਇਲਾਜ ਚੱਲ ਰਿਹਾ ਹੈ ਪਰ ਭਾਰਤ ਦੇ ਵਿੱਚ ਟੀਕਿਆਂ ਦੀ ਵੀ ਸਮੱਸਿਆ ਹੈ ਟੀਕਿਆਂ ਬਾਰੇ ਲੋਕ ਭੰਬਲ ਭੂਸੇ ਦੇ ਵਿੱਚ ਸਨ ਐਸਟਰਾਜ਼ੈਨੇਕਾ ਦਾ ਟੀਕਾ ਜਿਹੜਾ ਭਾਰਤ ਵਿੱਚ ਮਾਸ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ ਤੇ ਬਾਹਰਲੇ ਦੇਸ਼ਾਂ ਨੂੰ ਵੀ ਭੇਜਿਆ ਜਾ ਰਿਹਾ ਉਸ ਕੰਪਨੀ ਦੇ ਜਿਹੜੇ ਮਾਲਕ ਨੇ ਉਹ ਸਮੇਂ-ਸਮੇਂ ਤੇ ਬਿਆਨ ਦਾਗਦੇ ਰਹਿੰਦੇ ਨੇ ਉਹ ਆਪਣਾ ਪੱਖ ਵੀ ਦੇਖਦੇ ਨੇ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਉਹਨਾਂ ਨੇ ਵੀ ਲੱਖਾਂ ਕਰੋੜਾਂ ਖਰਚੇ ਹੋਏ ਨੇ ਪੇਟੈਂਟ ਹਾਸਲ ਕਰਨ ਲਈ ਉਹ ਬਹੁਤ ਵੱਡੀਆਂ ਉਮੀਦਾਂ ਲਾਈ ਬੈਠੇ ਨੇ ਪਰ ਇਸੇ ਤਰ੍ਹਾਂ ਦਾ ਇੱਕ ਟੀਕਾ ਭਾਰਤ ਬਾਇਓਟੈਕ ਵੱਲੋਂ ਵੀ ਤਿਆਰ ਕੀਤਾ ਗਿਆ ਹੁਣ ਦੱਸਿਆ ਗਿਆ ਕਿ ਕਈ ਜਗ੍ਹਾ ਤੇ ਉਹ ਵੀ ਲਾਇਆ ਜਾ ਰਿਹਾ ਸੀ ਹਸਪਤਾਲਾਂ ਦੇ ਵਿੱਚ ਸਿਵਲ ਦੇ ਵਿੱਚ ਤੇ ਲੋਕ ਵਾਪਸ ਪਰਤੇ ਨੇ ਉਹ ਟੀਕਾ ਵੀ ਨਹੀਂ ਮਿਲਿਆ ਹੁਣ 2 ਵੱਡੀਆਂ ਹੋਰ ਕੰਪਨੀਆਂ ਫਾਈਜ਼ਰ ਤੇ ਮੋਡਰਨਾ ਕੰਪਨੀਆਂ ਨੇ ਟੀਕੇ ਲਿਆਉਣ ਦੀ ਗੱਲ ਕੀਤੀ ਸੀ ਸਰਕਾਰ ਨੇ ਪਹਿਲਾਂ ਤਾਂ ਇਹ ਕਹਿ ਦਿੱਤਾ ਸੀ ਕਿ ਫਾਈਜ਼ਰ ਮੋਡਰਨਾ ਤੇ ਜੌਨਸਨ ਕੰਪਨੀ ਦੇ ਟੀਕੇ ਅਸੀਂ ਹਾਲ ਦੀ ਘੜੀ ਨਹੀਂ ਲਿਆਉਣੇ ਪਰ 1-2 ਕੰਪਨੀਆਂ ਨੇ ਫਿਰ ਗੱਲ ਅੱਗੇ ਵਧਾ ਲਈ ਤੇ ਗੱਲ ਅੱਗੇ ਵਧਾ ਕੇ ਜਦੋਂ ਕੀਤੀ ਤੇ ਇੱਕ ਕੰਪਨੀ ਨੇ ਤੇ ਇਹ ਕਹਿ ਦਿੱਤਾ ਕਿ ਸਾਡੇ ਹੈਂਡਸ ਫੁੱਲ ਨੇ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈ ਤੇ ਦੂਸਰੀ ਨੇ ਇਹ ਕਹਿ ਦਿੱਤਾ ਕਿ ਸਾਨੂੰ ਕੋਈ ਇੰਡੈਮਨਿਟੀ ਬੌਂਡ ਇੱਕ ਦਿਓ ਇੰਡੈਮਨਿਟੀ ਬੌਂਡ ਭਾਵ ਕਿ ਕਿਸੇ ਕਿਸਮ ਦੇ ਲਾਸ ਤੋਂ ਜਾਂ ਕਿਸੇ ਕਿਸਮ ਦੀ ਕਾਨੂੰਨੀ ਪ੍ਰਕਿਰਿਆ ਤੋਂ ਆਪਣੇ ਬਚਾਅ ਵਾਸਤੇ ਇੱਕ ਗਰੰਟੀ ਸਰਕਾਰ ਤੋਂ ਚਾਹੁੰਦੇ ਸਨ
ਤੇ ਸਰਕਾਰ ਨੇ ਪਹਿਲਾਂ ਸਪਸ਼ਟ ਕੀਤਾ ਹੋਇਆ ਸੀ ਕਿ ਅਸੀਂ ਕਿਸੇ ਤਰ੍ਹਾਂ ਦੀ ਗਰੰਟੀ ਨਹੀਂ ਦੇਵਾਂਗੇ। ਭਾਵ ਇਸ ਟੀਕੇ ਤੋਂ ਪੈਦਾ ਹੋਣ ਵਾਲੀਆਂ ਜਾਂ ਉਤਪੰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਜੇਕਰ ਕੋਈ ਸਿੱਝਣਾ ਚਾਹੁੰਦਾ ਤੇ ਆਪਣੇ ਤੌਰ ਤੇ ਸਿੱਝ ਲਵੇ, ਸਰਕਾਰ ਇਸ ਵਿੱਚ ਦਖਲ ਨਹੀਂ ਦੇਵੇਗੀ ਤੇ ਕੰਪਨੀ ਉਸ ਗੱਲ ਤੋਂ ਆਪਣੇ ਆਪ ਨੂੰ ਮੁਕਤ ਰੱਖਣਾ ਚਾਹੁੰਦੀ ਹੈ। ਹੁਣ ਕੀ ਭਾਰਤ ਵਿੱਚ ਜਿਹੜਾ ਟੀਕਾ ਲੱਗ ਰਿਹਾ ਹੈ ਇਸ ਵਿੱਚ ਸਰਕਾਰ ਦੀ ਕੋਈ ਇੰਡੈਮਨਿਟੀ ਹੈ? ਕਿਹਦੀ ਗਰੰਟੀ ਹੈ? ਜਿਵੇਂ ਕਿ ਅਸੀਂ ਗੱਲ ਪੁੱਛਦੇ ਹਾਂ, ਕੋਈ ਵਸਤ ਖਰੀਦਦੇ ਹਾਂ, ਅਸੀਂ ਪੁੱਛਦੇ ਹਾਂ ਕਿ ਕੀ ਗਰੰਟੀ ਹੈ ਇਸ ਚੀਜ਼ ਦੀ। ਕਈ ਵਾਰੀ ਤੇ ਗੱਲ ਜਾਇਜ਼ ਹੁੰਦੀ ਹੈ ਤੇ ਕਈ ਵਾਰੀ ਉਹ ਦੁਕਾਨਦਾਰ ਵੀ ਹੱਸ ਕੇ ਆਖ ਦਿੰਦਾ, ਸਰਦਾਰ ਜੀ ਇਸ ਗੱਲ ਦੀ, ਇਸ ਚੀਜ਼ ਦੀ ਕੀ ਗਰੰਟੀ ਹੋ ਸਕਦੀ ਹੈ? ਨਹੀਂ, ਉਹ ਤਾਂ ਕਹਿੰਦੇ ਬੰਦੇ ਦੀ ਗਰੰਟੀ ਨਹੀਂ ਤੇ ਤੁਸੀਂ ਚੀਜ਼ ਦੀ ਗਰੰਟੀ ਮੰਗਦੇ। ਇਹ ਬੰਦੇ ਦੀ ਗਰੰਟੀ ਵਾਲੀ ਗੱਲ ਹੋਈ ਹੈ। ਕਰੋਨਾ ਦੇ ਹਾਲਾਤ ਬਹੁਤ ਗੰਭੀਰ ਨੇ। ਇੱਕ ਦੋ ਗੱਲਾਂ ਹਨ ਜਿਹੜੇ ਲੋਕ ਵਾਹਵਾਂ ਖੜੀਆਂ ਕਰਕੇ ਕੁਝ ਦਿਨ ਪਹਿਲਾਂ ਜਾਂ ਕੁਝ ਮਹੀਨੇ ਜਾਂ ਪਿਛਲੇ ਸਾਲ ਇਹ ਕਹਿੰਦੇ ਸੀ ਕਿ ਬਿਮਾਰੀ ਨਾਂ ਦੀ ਕੋਈ ਸ਼ੈ ਨਹੀਂ ਤੇ ਇਸ ਤੋਂ ਡਰਨ ਦੀ ਲੋੜ ਨਹੀਂ, ਐਵੇਂ ਲੋਕਾਂ ਨੇ, ਸਰਕਾਰਾਂ ਨੇ ਹਊਆ ਬਣਾਇਆ ਹੋਇਆ। ਇਸ ਗੱਲ ਵੱਲ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਅਜਿਹਾ ਬਿਲਕੁਲ ਨਹੀਂ ਹੈ। ਇਹ ਬਿਮਾਰੀ ਵੀ ਹੈ, ਇਸ ਦੇ ਟੀਕੇ ਵੀ ਹਨ, ਉਹ ਵੀ ਲਗਵਾਉਣੇ ਚਾਹੀਦੇ ਨੇ ਆਪਣੀ ਸੋਚ ਸਮਝ ਦੇ ਮੁਤਾਬਕ। ਔਰ ਦੁਨੀਆ ਨੂੰ ਇਹ ਥੋੜ੍ਹਾ ਜਿਹਾ ਇਸ ਵੇਲੇ ਭੰਬਲ ਭੂਸੇ ਦੇ ਵਿੱਚ ਪਈ ਹੋਈ ਹੈ। ਕਈ ਦੇਸ਼ਾਂ ਦੇ ਵਿੱਚ ਉਮਰ ਦੀ ਹੱਦ ਨੂੰ ਲੈ ਕੇ ਰੌਲਾ ਰੱਪਾ ਹੈ, ਭਾਰਤ ਵਿੱਚ ਵੀ ਉਮਰ ਦੀ ਹੱਦ ਨੂੰ ਲੈ ਕੇ ਰੌਲਾ ਰੱਪਾ ਹੈ। ਇਹ ਸਾਰੀਆਂ ਗੱਲਾਂ ਕਲੀਅਰ ਨਹੀਂ, ਪਰ ਜਿੰਨੇ ਕੁ ਵਿਅਕਤੀ ਟੀਕੇ ਲਗਵਾ ਸਕਦੇ ਨੇ ਉਹਨਾਂ ਨੂੰ ਲਗਵਾ ਲੈਣੇ ਚਾਹੀਦੇ ਨੇ। ਤੇ ਇਸ ਵੇਲੇ ਵਿਚਾਰ ਚਰਚਾ ਪ੍ਰੋਗਰਾਮ 'ਚ ਅਗਲੇ ਮੁੱਦੇ ਵਿਚਾਰਾਂਗੇ, ਪਰ ਵੇਲਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਮੁੜ ਤੋਂ ਸਵਾਗਤ ਕਰਦੇ ਹਾਂ ਤੇ ਹੀਰ ਸਾਹਿਬ ਤੁਹਾਡੇ ਵੱਲ ਆਉਂਦੇ ਹਾਂ। ਕੁੰਵਰ ਵਿਜੇ ਪ੍ਰਤਾਪ ਦਾ ਨਾਂ ਇਸ ਵੇਲੇ ਬਹੁਤ ਚਰਚਾ ਦੇ ਵਿੱਚ ਹੈ। ਅਸਤੀਫਾ ਦਿੱਤਾ, ਮੁੱਖ ਮੰਤਰੀ ਨੇ ਨਾਮ ਮਨਜ਼ੂਰ ਕੀਤਾ, ਰਾਜਪਾਲ ਕੋਲ ਪਹੁੰਚੇ ਤੇ ਅਸਤੀਫਾ ਹੁਣ ਕਹਿੰਦੇ ਮਨਜ਼ੂਰ ਹੋ ਗਿਆ ਤੇ ਅੱਗੋਂ ਕੀ ਹੋਏਗਾ ਇਹਦੇ ਬਾਰੇ ਦੱਸ ਦਿਓ। ਜੇ ਤਕਨੀਕੀ ਤੌਰ ਤੇ ਮੈਂ ਆਪ ਜੀ ਨੂੰ ਦੱਸਾਂ ਤੇ ਅਸਤੀਫਾ ਅਜੇ ਮਨਜ਼ੂਰ ਨਹੀਂ ਹੋਇਆ। ਇਹ ਸਿਰਫ ਇੱਕ ਜਾਣਕਾਰੀ ਦਿੱਤੀ ਆ, ਉਹ ਵੀ ਕੁੰਵਰ ਵਿਜੇ ਪ੍ਰਤਾਪ ਜੀ ਨੇ ਖੁਦ। ਉਹ ਮਿਲ ਕੇ ਆਏ ਨੇ, ਪਹਿਲਾਂ ਮੁੱਖ ਮੰਤਰੀ ਨੂੰ ਮਿਲੇ ਤੇ ਫਿਰ ਬੀਪੀ ਸਿੰਘ ਬਦਨੌਰ ਨੂੰ ਮਿਲੇ ਜੋ ਸਾਡੇ ਰਾਜਪਾਲ ਨੇ ਪੰਜਾਬ ਹਰਿਆਣਾ ਦੇ। ਉਹਨਾਂ ਨੂੰ ਮਿਲ ਕੇ ਆਏ ਨੇ ਤੇ ਫਿਰ ਜਦੋਂ ਮੀਡੀਆ ਦੇ ਸਾਹਮਣੇ ਆਏ ਉਹ ਕਹਿੰਦੇ ਜੀ ਕਿ ਮੈਂ ਗੱਲਬਾਤ ਕੀਤੀ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ, ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਨਾ ਲਿਆ ਤੇ ਉਹ ਮੈਨੂੰ ਮਨਾ ਨਹੀਂ ਸਕੇ ਤੇ ਪਰ ਮੈਂ ਉਹਨਾਂ ਨੂੰ ਮਨਾ ਲਿਆ ਤੇ ਇੱਕ ਕਿਸਮ ਦਾ ਮੈਂ ਜਿੱਤ ਕੇ ਵਾਪਸ ਜਾ ਰਿਹਾ। ਤੇ ਉਹਨਾਂ ਨੇ ਮੀਡੀਆ ਨੂੰ ਛੋਟੀ ਜਿਹੀ ਇੱਕ ਬਰੀਫਿੰਗ ਜੀ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਕਹਿਤੀ ਗੱਲ ਕਿ ਮੇਰੀ ਗੱਲ ਉਹ ਮੰਨਣ ਲਈ ਤਿਆਰ ਹੋ ਗਏ ਨੇ ਤੇ ਮੈਂ ਅਸਤੀਫੇ ਤੇ ਬਿਲਕੁਲ ਅੜਿਆ ਹੋਇਆ। ਅੱਗੇ ਦੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਹੁਣ ਤਕਨੀਕੀ ਤੌਰ ਤੇ ਜੇ ਵੇਖਿਆ ਜਾਵੇ ਤੇ ਅਜੇ ਤੱਕ ਮੁੱਖ ਮੰਤਰੀ ਸਾਹਿਬ ਦੇ ਟੇਬਲ ਤੇ ਅਸਤੀਫਾ ਉਹਨਾਂ ਦਾ ਪਹੁੰਚਿਆ ਨਹੀਂ ਹੈ। ਮੁੱਖ ਮੰਤਰੀ ਸਾਹਿਬ ਆਪਣੇ ਪਰ ਤੋਲ ਰਹੇ ਨੇ, ਆਪਣੇ ਵਿਧਾਇਕਾਂ ਨੂੰ ਮਿਲ ਰਹੇ ਨੇ, ਆਪਣੇ ਮੰਤਰੀਆਂ ਨੂੰ ਮਿਲ ਰਹੇ ਨੇ ਤੇ ਮਿਲ ਕਿੱਥੇ ਰਹੇ ਨੇ? ਸੀਸਮਾ ਫਾਰਮ ਤੇ, ਜਿੱਥੇ ਉਹ ਸਾਰਿਆਂ ਨੂੰ ਮਿਲਦੇ ਨੇ ਔਰ ਕਿਸੇ ਨੂੰ ਵੀ ਮਿਲੇ, ਨਵਜੋਤ ਸਿੱਧੂ ਨੂੰ ਵੀ, ਕੁੰਵਰ ਵਿਜੇ ਪ੍ਰਤਾਪ ਨੂੰ ਵੀ ਤੇ ਵਿਧਾਇਕਾਂ ਨੂੰ ਵੀ ਉੱਥੇ ਮਿਲੇ ਨੇ। ਸਾਰੀ ਕੈਬਨਿਟ ਦੇ ਜਿਹੜੇ ਮੇਨ ਉਹਨਾਂ ਦੇ ਮੰਤਰੀ ਸੀ ਨੇ ਉਹ ਸਾਰਿਆਂ ਨੂੰ ਮਿਲੇ ਨੇ ਤੇ ਸਾਰਿਆਂ ਦੇ ਵਿਚਾਰ ਜਾਣੇ ਨੇ ਤੇ ਇਸੇ ਮੁੱਦੇ ਤੇ ਗੱਲਬਾਤ ਹੋਈ ਹੈ। ਜਿਹੜੀ ਗੱਲਬਾਤ ਅੰਦਰ ਹੋਈ ਹੈ ਉਸ ਦੇ ਅਗਰ ਵਿਚਾਰ ਚਰਚਾ ਥੋੜ੍ਹੀ ਜਿਹੀ ਕੀਤੀ ਜਾਵੇ ਤਾਂ ਉਹ ਇਹ ਹੈ ਕਿ ਉੱਥੇ ਬਹੁਤੇ ਮੰਤਰੀਆਂ ਨੇ ਤੇ ਕਾਂਗਰਸੀ ਵਿਧਾਇਕਾਂ ਨੇ ਗੱਲ ਕੀਤੀ ਹੈ ਕਿ ਅਸੀਂ ਅਗਰ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਕੁਝ ਮਹੀਨਿਆਂ ਬਾਅਦ, ਗੱਲ ਫੇਰ ਵੋਟਾਂ ਦੀ ਹੈ ਤੇ ਫਿਰ ਸਾਨੂੰ ਕੁਝ ਨਾ ਕੁਝ ਕਰਨਾ ਪਏਗਾ। ਲੋਕ ਸਾਨੂੰ ਸਵਾਲ ਪੁੱਛਣਗੇ ਤੇ ਸਾਡੇ ਤੇ ਉਂਗਲਾਂ ਉਠਾ ਰਹੇ ਨੇ ਤੇ ਮੁੱਖ ਮੰਤਰੀ ਸਾਹਿਬ ਸਥਿਤੀ ਸਪਸ਼ਟ ਕਰੋ। ਹੁਣ ਸਥਿਤੀ ਸਪਸ਼ਟ ਉਹ ਕੀ ਕਰਨਗੇ? ਉਹ ਤੇ ਕਹਿ ਰਹੇ ਨੇ ਕਿ ਸਾਡੇ ਵੱਲੋਂ ਬਿਲਕੁਲ ਠੀਕ ਸੀ, ਅਸੀਂ ਤੇ ਸਿੱਟ ਬਣਾਈ ਹੋਈ ਸੀ ਤੇ ਉਹਦੇ ਮੁਖੀ ਜਿਹੜੇ ਸੀ ਕੁੰਵਰ ਵਿਜੇ ਪ੍ਰਤਾਪ ਨੂੰ ਲਾਇਆ ਹੋਇਆ ਸੀ ਤੇ ਹੁਣ ਅਦਾਲਤ ਨੇ ਉਸ ਨੂੰ ਮੋੜ ਦਿੱਤਾ ਹੈ ਤੇ ਉਸ ਸਿੱਟ ਦੀ ਜਾਂਚ ਨੂੰ ਰੱਦ ਕਰ ਦਿੱਤਾ ਹੈ ਤੇ ਅਸੀਂ ਕੀ ਕਰ ਸਕਦੇ ਹਾਂ? ਪਰ ਉਸ ਮੀਟਿੰਗ ਦੇ ਵਿੱਚ ਹੋਰ ਵੀ ਕਈ ਗੱਲਾਂ ਹੋਈਆਂ ਜਿਸ ਦੇ ਤਹਿਤ ਆਉਣ ਵਾਲੇ ਦਿਨਾਂ ਦੀ ਰਣਨੀਤੀ ਜਿਹੜੀ ਹੈ ਉਸ ਤੇ ਕੁਝ ਗੱਲਬਾਤ ਹੋਈ ਹੈ। ਆਡੀਟਰ ਜਨਰਲ ਜਿਹੜਾ ਹੈ, ਐਡਵੋਕੇਟ ਜਨਰਲ ਜਿਹੜਾ, ਮਾਫ ਕਰਨਾ, ਐਡਵੋਕੇਟ ਜਨਰਲ ਦੇ ਰੋਲ ਤੇ ਵੀ ਗੱਲਬਾਤ ਹੋਈ ਹੈ ਕਿ ਉਸਨੇ ਸਹੀ ਤਰੀਕੇ ਨਾਲ ਪੰਜਾਬ ਸਰਕਾਰ ਦਾ ਜਿਹੜਾ ਕੇਸ ਸੀ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀकांड ਦਾ, ਉਸ ਨੇ ਅਦਾਲਤ ਵਿੱਚ ਪੇਸ਼ ਨਹੀਂ ਕੀਤਾ, ਜਿਸ ਕਰਕੇ ਸਿੱਟ ਦੀ ਜਿਹੜੀ ਰਿਪੋਰਟ ਹੈ ਜਾਂ ਜਿਹੜੀ ਜਾਂਚ ਦੀ ਰਿਪੋਰਟ ਹੈ ਜਾਂ ਚਲਾਨ ਹੈ ਜੋ ਵੀ ਹੈ ਉਸਨੂੰ ਅਦਾਲਤ ਨੇ ਵਾਪਸ ਕਰ ਦਿੱਤਾ ਹੈ। ਉਸ ਦੇ ਰੋਲ ਤੇ ਜਾਂ ਉਸਨੂੰ ਬਦਲਿਆ ਜਾਵੇ। ਪ੍ਰਤਾਪ ਸਿੰਘ ਬਾਜਵਾ ਬਾਹਰ ਬੈਠੇ ਕਹਿ ਰਹੇ ਨੇ, ਮੀਟਿੰਗ ਵਿੱਚ ਤਾਂ ਨਹੀਂ ਸਨ, ਉਹ ਪਹਿਲਾਂ ਤੋਂ ਸਰਕਾਰ ਦੇ ਖਿਲਾਫ ਬੋਲਦੇ ਆ ਰਹੇ ਨੇ। ਉਹ ਕਹਿੰਦੇ ਜੀ ਕਿ ਐਡਵੋਕੇਟ ਜਨਰਲ ਦਾ ਰੋਲ ਸਹੀ ਨਹੀਂ, ਨਵਾਂ ਐਡਵੋਕੇਟ ਜਨਰਲ ਬਣਾਓ ਤੇ ਨਵੀਂ SIT ਬਣਾਓ ਤੇ ਵਿਸ਼ੇਸ਼ ਜਾਂਚ ਦੁਬਾਰਾ ਸ਼ੁਰੂ ਕਰ ਦਿਓ। ਇਹ ਫਿਰ 5 ਸਾਲਾਂ ਦੀ ਠੰਡੇ ਬਸਤੇ ਦੇ ਵਿੱਚ ਹੈ। ਪਰ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਤੁਸੀਂ ਕੀਤੀ ਹੈ, ਕੁੰਵਰ ਵਿਜੇ ਪ੍ਰਤਾਪ ਦਾ ਬਿਲਕੁਲ ਸਪਸ਼ਟ ਉਹਨਾਂ ਨੇ ਕਰ ਦਿੱਤਾ ਕਿ ਉਹ ਹੁਣ ਜੌਬ ਨਹੀਂ ਕਰਨਗੇ, ਪ੍ਰੀਮੈਚੁਰ ਰਿਟਾਇਰਮੈਂਟ ਉਹ ਲੈਣੀ ਚਾਹਣਗੇ। ਹੁਣ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰਦੇ ਨੇ ਕਿ ਮਨਜ਼ੂਰ ਕਰ ਲੈਂਦੇ ਨੇ, ਇਸ ਗੱਲ ਦਾ ਜਿਹੜਾ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਵੇਗਾ। ਪਰ ਅੰਦਰੋਂ ਅੰਦਰੀ ਇਹ ਵੀ ਖਬਰ ਆਈ ਹੈ ਕਿ ਕੁਝ ਵਿਧਾਇਕਾਂ ਨੇ ਤੇ ਮੰਤਰੀਆਂ ਨੇ ਗੱਲ ਆਖੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਇਸ ਮਾਮਲੇ ਦੇ ਵਿੱਚ ਮੀਡੀਆ ਦੇ ਸਾਹਮਣੇ ਜਾ ਕੇ ਵੱਡੀ ਗਲਤੀ ਕੀਤੀ ਹੈ ਜਿਹੜੀ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ। ਇਸ ਕਰਕੇ ਇਹਨਾਂ ਨੂੰ ਹੁਣ ਹਟਾ ਦੇਣਾ ਚਾਹੀਦਾ ਤੇ ਕੁੰਵਰ ਵਿਜੇ ਪ੍ਰਤਾਪ ਨੂੰ ਭੁੱਲ ਜਾਣਾ ਚਾਹੀਦਾ।
ਪਰ ਇਸ ਗੱਲ ਦੇ ਰੈਪਰਕਸ਼ਨ ਕੀ ਹੋਵੇਗੀ, ਲੋਕਾਂ ਸਾਹਮਣੇ ਕੀ ਜਵਾਬ ਦੇਣਾ ਪਏਗਾ ਸਰਕਾਰ ਨੂੰ, ਇਹਨਾਂ ਗੱਲਾਂ ਤੋਂ ਵੀ ਘਬਰਾਏ ਹੋਏ ਨੇ। ਸੋ ਸਾਰੇ ਵਜਨ ਤੋਲ ਕੀਤੇ ਜਾ ਰਹੇ ਨੇ ਤੇ ਸਰਕਾਰ ਇਸ ਮਾਮਲੇ 'ਚ ਕੀ ਫੈਸਲਾ ਲੈਂਦੀ ਹੈ, ਮੋਤੀਆਂ ਵਾਲੀ ਸਰਕਾਰ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਜੀ। ਤੇ ਅੰਮ੍ਰਿਤ ਜੀ, ਤੁਸੀਂ ਇਸ ਗੱਲ 'ਚ ਕੁਝ ਗੱਲ ਕਹਿਣੀ ਚਾਹੋ? ਬਿਲਕੁਲ ਜੀ, ਗੱਲਾਂ ਸਾਰੀਆਂ ਸਪਸ਼ਟ ਨੇ ਜੀ। ਆਮ ਲੋਕ ਪਿਛਲੇ 5-6 ਸਾਲ ਤੋਂ ਇਹ ਗੱਲ ਜਾਣਦੇ ਨੇ, ਸਮਝਦੇ ਨੇ, ਭਾਵੇਂ ਉਹ ਰਾਜਨੀਤੀ ਜਾਂ ਤਕਨੀਕੀ ਗੱਲਾਂ ਨੂੰ ਨਾ ਜਾਣਦੇ ਹੋਣਗੇ, ਪਰ ਉਹ ਇਹ ਗੱਲ ਸਮਝਦੇ ਨੇ ਕਿ ਇਸ ਘਟਨਾ ਦਾ ਦੋਸ਼ੀ ਕੌਣ ਹੈ ਤੇ ਜ਼ਿੰਮੇਵਾਰ ਕੌਣ ਹੈ। ਜੀ। ਲੋਕ ਸਿਰਫ ਉਹਨਾਂ ਬੰਦਿਆਂ ਨੂੰ ਸਜ਼ਾ ਦੇਖਣੀ ਚਾਹੁੰਦੇ ਸੀ ਕਿ ਕੀ ਸਜ਼ਾ ਮਿਲਦੀ ਆ ਵੱਡੇ ਲੋਕਾਂ ਨੂੰ ਕੋਈ ਵੱਡਾ ਗੁਨਾਹ ਕਰਨ ਲਈ, ਕਿਉਂਕਿ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ, ਉਸ ਤੋਂ ਬਾਅਦ ਸਰਕਾਰ ਵੀ ਬਦਲ ਗਈ। ਜੀ। ਜੇ ਤੇ ਉਹੀ ਸਰਕਾਰ ਹੁੰਦੀ ਫਿਰ ਤਾਂ ਅਸੀਂ ਸੋਚਦੇ ਸੀ ਕਿ ਉਹ ਸਰਕਾਰ ਆਪਣੇ ਆਪ ਨੂੰ ਬਚਾਉਣ ਲਈ ਕੁਝ ਹੋਰ ਤਰੀਕੇ ਨਾਲ ਕੰਮ ਕਰ ਰਹੀ ਸੀ। ਤੇ ਜਦੋਂ ਤੁਸੀਂ ਇਸ ਆਫੀਸਰ ਦੀ ਗੱਲ ਕਰਦੇ ਹੋ, ਉਹਨਾਂ ਦਾ ਜਿਹੜਾ ਪਿਛਲਾ ਟਰੈਕ ਰਿਕਾਰਡ ਆ ਉਹ ਬਹੁਤ ਪਾਕ, ਸਾਫ਼ ਤੇ ਸ਼ਫਾਫ ਆ। ਬਹੁਤ ਸਾਰੇ ਮਸਲੇ ਉਹਨਾਂ ਨੇ ਹੱਲ ਕੀਤੇ ਨੇ ਤੇ ਇਸ ਮਸਲੇ ਲਈ ਵੀ ਉਹਨਾਂ ਨੇ ਬਹੁਤ ਲੰਬੀ ਚੌੜੀ ਮਿਹਨਤ ਕੀਤੀ ਹੈ। ਉਹ ਜਦੋਂ ਇਸ ਜਾਂਚ ਨੂੰ ਕਰ ਰਹੇ ਸੀ ਉਦੋਂ ਵੀ ਉਹਨਾਂ ਦੇ ਸਾਹਮਣੇ ਬਹੁਤ ਵੱਡੀਆਂ ਰੁਕਾਵਟਾਂ ਆਈਆਂ, ਪਰ ਉਹ ਉਸ ਜਾਂਚ ਨੂੰ ਲੈ ਕੇ ਲੱਗੇ ਰਹੇ। ਤੇ ਹੁਣ ਜਦੋਂ ਉਹਨਾਂ ਨੇ ਉਹ ਜਾਂਚ ਪੂਰੀ ਕਰ ਲਈ ਸੀ, ਉਸ ਨੂੰ ਵੀ ਜਦੋਂ ਉਹ ਜਿਹੜੀ ਜਾਂਚ ਆ ਉਹਦੀ ਪੇਸ਼ ਕਰ ਰਹੀ ਤੇ ਉਹਦੇ ਲਈ ਪ੍ਰੈਸ ਕਾਨਫਰੰਸ ਕਰਨੀ ਤੇ ਉਸ ਜਾਂਚ ਨੂੰ ਅੱਗੇ ਅਦਾਲਤ ਤੱਕ ਲੈ ਕੇ ਜਾਣਾ, ਉਸ ਦੇ ਵਿੱਚ ਅੱਗਿਓਂ ਅਦਾਲਤ ਨੇ ਜੋ ਕੀਤਾ ਹੈ ਉਸ ਗੱਲ ਦੇ ਵੀ ਬਹੁਤ ਸਾਰੇ ਤਕਨੀਕੀ ਪਹਿਲੂ ਜਿਹੜੇ ਜਾਣੇ ਪਛਾਣੇ ਜਾ ਰਹੇ ਨੇ। ਪਰ ਹੁਣ ਮੋਤੀਆਂ ਵਾਲੀ ਸਰਕਾਰ ਦੇ ਜੋ ਕਾਰਗੁਜ਼ਾਰੀ ਹੈ, ਉਹਨਾਂ ਦੀ ਅੰਦਰਲੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਵਿਧਾਇਕਾਂ ਦਾ ਕੁਛ ਕਹਿਣਾ, ਦੂਜਿਆਂ ਦਾ ਕੁਛ ਕਹਿਣਾ, ਤੇ ਸੁਨੀਲ ਜਾਖੜ ਸਾਹਿਬ ਦਾ, ਅਤੁਲ ਨੰਦਾ ਜੀ ਨੂੰ ਇਹ ਗੱਲ ਸਾਫ਼ ਕਹਿ ਦੇਣੀ ਕਿ ਤੁਸੀਂ ਕੋਈ ਕੇਸ ਜਿੱਤਿਆ ਵੀ ਹੈ। ਤੁਹਾਨੂੰ ਯਾਦ ਹੋਏਗਾ 2 ਸਾਲ ਪਹਿਲਾਂ ਵਿਧਾਨ ਸਭਾ ਦਾ ਇੱਕ ਸੈਸ਼ਨ ਸੀ, ਉਦੋਂ ਵੀ ਸੁਨੀਲ ਜਾਖੜ ਜੀ ਇਸ ਅਤੁਲ ਨੰਦਾ ਜੀ ਨਾਲ ਹੀ ਬਹੁਤ ਜ਼ਿਆਦਾ ਖੈਬੜੇ ਸੀ। ਉਦੋਂ SYL ਦਾ ਘਟਨਾਕ੍ਰਮ ਸੀ, ਜਦੋਂ ਉਹ ਕੇਸ ਸੁਪਰੀਮ ਕੋਰਟ ਤੋਂ ਹਾਰ ਗਏ ਸੀ। ਉਦੋਂ ਉਹਨਾਂ ਨੇ ਹੋਰ ਵੀ 2-4 ਕੇਸ ਨਾਲ ਜੋੜ ਕੇ ਦੱਸਿਆ ਸੀ ਕਿ ਤੁਹਾਨੂੰ ਕੈਬਨਿਟ ਦਾ ਰੈਂਕ ਵੀ ਮਿਲਿਆ ਹੋਇਆ ਹੈ, ਵੱਡੀਆਂ ਤਨਖਾਹਾਂ ਵੀ ਮਿਲਦੀਆਂ ਨੇ, ਸਾਰੀਆਂ ਸੁਵਿਧਾਵਾਂ ਵੀ ਮਿਲਦੀਆਂ ਨੇ, ਪਰ ਤੁਸੀਂ ਪੰਜਾਬ ਦਾ ਪੱਖ ਰੱਖਣ ਦੇ ਵਿੱਚ ਕਾਮਯਾਬ ਨਹੀਂ ਹੋਏ। ਜੀ। ਤੇ ਹੀਰ ਸਾਹਿਬ, ਤੁਹਾਡੇ ਵੱਲ ਹੀ ਆਉਂਦੀ ਹਾਂ। ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਕਿ ਸਾਨੂੰ ਫਸਾਉਣ ਦੀ ਸਾਜ਼ਿਸ਼ ਸੀ ਤੇ ਉਹ ਸਾਜ਼ਿਸ਼ ਬੇਨਕਾਬ ਹੋ ਗਈ ਹੈ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣ ਦੇ ਨਾਲ, ਤੇ ਤੁਸੀਂ ਇਸ ਮੁੱਦੇ ਤੇ ਕੀ ਆਖੋਗੇ? ਅਕਾਲੀ ਦਲ ਵਾਲੇ ਕੁਝ ਵੀ ਕਹਿ ਸਕਦੇ ਨੇ, ਪਤਾ ਨਹੀਂ ਉਹ ਕਿਸ ਆਧਾਰ ਤੇ ਗੱਲ ਕਰ ਰਹੇ ਨੇ। ਚਲਾਨ ਰਿਪੋਰਟ ਕੱਲ੍ਹ ਨੂੰ ਅਦਾਲਤ ਕਿਸੇ ਉਹਨੂੰ ਹੋਰ ਤਰੀਕੇ ਨਾਲ ਐਕਸੈਪਟ ਕਰ ਲੈਂਦੀ ਹੈ, ਜਾਂ ਨਵੀਂ SIT ਵੀ ਬੈਠਦੀ ਹੈ, ਉਸ ਦੀ ਜਾਂਚ ਦੇ ਵਿੱਚ ਫੇਰ ਸਾਹਮਣੇ ਕੁਝ ਆ ਜਾਂਦਾ ਹੈ, ਤੇ ਫੇਰ ਕੀ ਕਹਿਣਗੇ ਅਕਾਲੀ ਦਲ ਵਾਲੇ? ਤੇ ਪਹਿਲਾਂ ਇਹਨਾਂ ਨੇ ਜਾਂਚ ਕਿਉਂ ਨਹੀਂ ਕਰਵਾਉਣ ਦੀ ਕੋਸ਼ਿਸ਼ ਕੀਤੀ? ਕੁੰਵਰ ਵਿਜੇ ਪ੍ਰਤਾਪ ਵੀ ਇੱਕ IPS ਅਫਸਰ ਨੇ, ਪੰਜਾਬ ਸਰਕਾਰ ਦੇ ਜ਼ਿੰਮੇਵਾਰ ਅਫਸਰ ਨੇ, ਔਰ ਇੰਨਾ ਲੰਬਾ ਸਮਾਂ ਉਹਨਾਂ ਨੇ ਨੌਕਰੀ ਕੀਤੀ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਅਧੀਨ ਵੀ ਕੀਤੀ ਹੈ, ਉਹਨਾਂ ਦੇ ਰਾਜ ਦੇ ਵਿੱਚ ਵੀ ਕੀਤੀ ਹੈ। ਕੁਛ ਨਾ ਕੁਛ ਤੇ ਯਕੀਨ ਉਹਨਾਂ ਨੂੰ ਹੋਣਾ ਚਾਹੀਦਾ ਆਪਣੇ ਅਫਸਰ ਤੇ, ਪਰ ਉਹ ਪਹਿਲੇ ਮੰਗ ਕਰਦੇ ਰਹੇ ਨੇ ਕਿ ਇੱਕ ਫਸਲ ਕਾਰਵਾਈ ਹੁੰਦੀ ਰਹੀ ਹੈ। ਸੋ ਇਸ ਕਰਕੇ ਕੋਈ ਬਹੁਤਾ ਮਤਲਬ ਨਹੀਂ, ਉਹ ਸਿਆਸੀ ਬਿਆਨ ਉਹਨਾਂ ਦਾ ਹੋ ਸਕਦਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਉਹਨਾਂ ਨੂੰ ਕਹਿ ਚੁੱਕੇ ਨੇ ਕਿ ਤੁਸੀਂ ਬਹੁਤੇ ਖੁਸ਼ ਨਾ ਹੋਵੋ, ਜਾਂਚ ਅਜੇ ਜਾਰੀ ਹੈ, ਫਿਲਮ ਬਾਕੀ ਹੈ। ਪਰ ਕੈਪਟਨ ਸਾਹਿਬ ਦਾ ਇਸ ਮਸਲੇ ਨੂੰ ਲਟਕਾਉਣਾ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਜਾਂਦਾ। ਜੀ, ਮੈਨੂੰ ਲੱਗਦਾ ਕਿ ਚਾਚੇ ਭਤੀਜੇ ਦੀ ਖੇਡ ਜਿਹੜੀ ਪਿੱਛੇ ਹੈ ਉਹ ਸਾਹਮਣੇ ਆ ਰਹੀ ਹੈ ਲੋਕਾਂ ਦੇ ਸਾਹਮਣੇ, ਹਨ। ਤੇ ਇਸ ਵੇਲੇ ਗੱਲ ਕਰੀਏ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀकांड ਦੇ ਮਾਮਲੇ ਦੀ, ਤਾਂ ਉਹਨਾਂ ਦਾ ਜਿਹੜਾ ਕੇਸ ਲੜ ਰਹੇ ਸੀ ਵਕੀਲ, ਤੇ ਉਹਨਾਂ ਤੇ ਕਹਿੰਦੇ ਕਿ ਉਹਨਾਂ ਨੂੰ ਕਰੋੜਾਂ ਦਾ ਘਾਟਾ ਪੈ ਗਿਆ, ਉਹ ਕਿਵੇਂ ਪਿਆ? ਜਿਵੇਂ ਇਹਨੇ ਦੱਸੀ ਹੈ ਕਿ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਨਾਲ ਖਿੱਚੋਤਾਣੀ ਹੁੰਦੀ ਰਹੀ ਹੈ ਅਤੁਲ ਨੰਦਾ ਜੀ ਦੇ ਨਾਲ। ਹਰੇਨ ਪੀ ਰਾਵਲ ਇੱਕ ਸੀਨੀਅਰ ਵਕੀਲ ਨੇ, ਉਹਨਾਂ ਨੂੰ ਪੰਜਾਬ ਸਰਕਾਰ ਨੇ ਹਾਇਰ ਕੀਤਾ ਹੋਇਆ ਸੀ ਕੋਟਕਪੂਰਾ ਗੋਲੀकांड ਤੇ ਬਹਿਬਲ ਕਲਾਂ ਗੋਲੀकांड ਦੇ ਵਿੱਚ ਸਰਕਾਰ ਦੀ ਤਰਫੋਂ ਅਦਾਲਤ ਵਿੱਚ ਪੇਸ਼ ਹੋਣ ਲਈ। ਹੁਣ ਮੈਂ ਇੱਥੇ ਇਹ ਦੱਸ ਦੇਵਾਂ ਕਿ ਪੂਰੇ ਕੇਸ ਦੀ ਉਹ ਪੈਰਵਾਈ ਨਹੀਂ ਸੀ ਕਰ ਰਿਹਾ, ਸਿਰਫ ਇੱਕ ਸੁਖਵਿੰਦਰ ਸਿੰਘ ਅਲਾਇਸ, ਇੱਕ ਸਟੇਟ ਸੀ ਜਾਂ ਜੋ ਵੀ ਉੱਥੇ ਉਹ ਗੋਲੀकांड ਹੋਇਆ, ਸੋ ਇੱਕ ਵਿਅਕਤੀ ਦੀ ਤਰਫੋਂ ਜਿਹੜਾ ਸੀ ਪੰਜਾਬ ਸਰਕਾਰ ਵੱਲੋਂ ਪੇਸ਼ ਹੋ ਰਹੇ ਸਨ, ਇੱਕ ਵਿਅਕਤੀ ਦੇ ਖਿਲਾਫ। ਹੁਣ ਸਟੇਟ ਵਰਸਸ ਸੁਖਵਿੰਦਰ ਸਿੰਘ ਜਿਹੜਾ ਕੇਸ ਆ, ਉਸ ਦੇ ਵਿੱਚ ਉਸ ਦੀ ਫੀਸ ਕਿੰਨੀ ਤੈਅ ਕੀਤੀ ਗਈ ਸੀ ਇਸ ਵਕੀਲ ਦੀ? ਕਹਿੰਦੇ ਨੇ ਕਿ ਉਸਨੇ ਜੋ ਮੰਗ ਕੀਤੀ ਕਿ ਇੱਕ ਪੇਸ਼ੀ ਦਾ ਮੈਨੂੰ 25 ਲੱਖ ਰੁਪਇਆ ਜਿਹੜਾ ਤੁਸੀਂ ਦੇਣਾ, ਤੇ ਉਸਨੇ ਕਹਿੰਦੇ ਜੀ ਕਿ 21 ਜਾਂ 22 ਪੇਸ਼ੀਆਂ ਉਸਦੀਆਂ ਹੋਈਆਂ ਨੇ, ਉਹ ਵੀ ਬਹੁਤੀਆਂ ਜਿਹੜੀਆਂ ਨੇ ਵਰਚੁਅਲ ਹੋਈਆਂ ਨੇ, ਆਨਲਾਈਨ ਹੋਈਆਂ ਨੇ, ਤੇ ਇਸ ਹਿਸਾਬ ਨਾਲ 5.25 ਕਰੋੜ ਰੁਪਈਆ ਉਸ ਦਾ ਬਣਦਾ ਸੀ। ਤੇ ਜਦੋਂ ਪੰਜਾਬ ਦੇ ਹੋਮ ਸੈਕਟਰੀ ਨੇ ਦੇਖਿਆ ਕਿ ਇਹ ਮਾਇਆ ਕਿੱਥੇ ਜਾਵੇਗੀ ਤੇ ਇੰਨੀ ਮਾਇਆ ਦੀ ਕੌਣ ਮੰਗ ਕਰ ਰਿਹਾ, ਉਹ ਕਹਿੰਦੇ ਜੀ ਕਿ ਸਰਕਾਰ ਦਾ ਹੁਕਮ ਹੈ, ਕਿ ਉਹਨਾਂ ਨੇ ਹੁਕਮ ਜਾਰੀ ਕੀਤਾ ਹੋਇਆ ਸੀ ਕਿ ਕਿਸੇ ਨੂੰ ਇੰਨੇ ਪੈਸੇ ਨਹੀਂ ਦੇਣੇ। ਪੰਜਾਬ ਸਰਕਾਰ ਦੀ ਤਰਫੋਂ ਜਿਹੜਾ ਵੀ ਕੋਈ ਵਕੀਲ ਜਿਹੜਾ ਪੇਸ਼ ਹੁੰਦਾ ਉਸ ਨੂੰ 10 ਲੱਖ ਤੋਂ ਵੱਧ ਇੱਕ ਪੇਸ਼ੀ ਦਾ ਨਹੀਂ ਦਿੱਤਾ ਜਾ ਸਕਦਾ। ਹੁਣ 10 ਲੱਖ ਦੇ ਹਿਸਾਬ ਨਾਲ ਉਸ ਨੂੰ ਤਕਰੀਬਨ 2 ਕਰੋੜ 10 ਲੱਖ ਰੁਪਈਆ ਜਿਹੜਾ ਹੈ ਉਹ ਦਿੱਤਾ ਜਾਣਾ। ਸੋ 3 ਕਰੋੜ ਦੇ ਲਾਗੇ ਉਸ ਨੂੰ ਘਾਟਾ ਪੈ ਗਿਆ ਵਕੀਲ ਨੂੰ। ਹੁਣ ਉਹ ਇਸ ਦਾ ਕੀ ਜਵਾਬ ਦਿੰਦੇ ਨੇ, ਜਾਂ ਉਹਨਾਂ ਨਾਲ ਕੀ ਕੰਟਰੈਕਟ ਪਹਿਲਾਂ ਸਾਈਨ ਕੀਤਾ ਗਿਆ? ਖੈਰ ਉਹ ਵਕੀਲ ਨੇ,
ਤੇ ਕੇਸ ਉਹ ਵੀ ਖਟਾਈ 'ਚ ਹੈ। ਤੇ ਇਸ ਤਰ੍ਹਾਂ ਦੀਆਂ ਹੋਰ ਵੀ ਉਦਾਹਰਨਾਂ ਹਨ। ਸੁਮੇਧ ਸੈਣੀ ਦੇ ਕੇਸ ਦੇ ਵਿੱਚ ਵੀ ਇਸੇ ਤਰ੍ਹਾਂ ਇੱਕ ਵਕੀਲ ਨੂੰ ਵੱਡੀਆਂ ਰਕਮਾਂ ਦਿੱਤੀਆਂ ਗਈਆਂ ਨੇ। ਰਸਤੋਗੀ ਨਾਂ ਦੇ ਇੱਕ ਵਕੀਲ ਨੂੰ ਬਹੁਤ ਵੱਡੀਆਂ ਰਕਮਾਂ ਦਿੱਤੀਆਂ ਗਈਆਂ ਨੇ। ਸੋ ਇਹ ਵੱਡੇ ਗੱਫੇ ਸਰਕਾਰਾਂ ਦੀ ਤਰਫੋਂ ਜਿਹੜੇ ਦਿੱਤੇ ਗਏ ਜਾਂ ਦਿੱਤੇ ਜਾਣੇ ਹਨ, ਜਾਂ ਬਿੱਲ ਪੇਸ਼ ਜਿਹੜੇ ਵਕੀਲਾਂ ਦੇ ਬਿੱਲ ਪੇ ਹੋਣੇ ਨੇ ਉਹਨਾਂ ਨੂੰ ਅਦਾ ਕੀਤੀ ਜਾਣੀ ਹੈ ਰਕਮ, ਇਸ ਬਾਰੇ ਥੋੜ੍ਹਾ ਰੌਲਾ ਰੱਪਾ ਪਿਆ ਹੋਇਆ। ਪਰ ਇਹ ਜਿਹੜੇ ਵਕੀਲ ਨੇ ਇਹਨਾਂ ਨੇ ਅਜੇ ਤੱਕ ਆਪਣਾ ਪੈਂਤੜਾ ਸਾਫ਼ ਨਹੀਂ ਕੀਤਾ। ਸੋ ਉਹਨਾਂ ਨੇ ਇਸ ਕੇਸ ਦੇ ਵਿੱਚ ਪੰਜਾਬ ਸਰਕਾਰ ਦਾ ਪੱਖ ਜਿਹੜਾ ਸੀ ਰੱਖਣਾ ਸੀ। ਤੇ ਕੈਪਟਨ ਅਮਰਿੰਦਰ ਸਿੰਘ ਨੇ ਇੰਨੇ ਮਹਿੰਗੇ ਵਕੀਲ ਕਿਉਂ ਕੀਤੇ? ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਹੋਇਆ ਸੀ ਲੋਕਾਂ ਨਾਲ ਕਿ ਇਸ ਕੋਟਕਪੂਰਾ ਗੋਲੀकांड ਤੇ ਬਹਿਬਲ ਕਲਾਂ ਗੋਲੀकांड ਦੀ ਜਾਂਚ ਜਿਹੜੀ ਹੈ ਟੌਪ ਦੇ ਵਕੀਲਾਂ ਤੋਂ ਅਸੀਂ ਜਿਹੜਾ ਕੇਸ ਜਿਹੜਾ ਹੈ ਅਦਾਲਤ ਦੇ ਵਿੱਚ ਪੇਸ਼ ਕਰਾਵਾਂਗੇ। ਨਤੀਜਾ ਭਾਵੇਂ ਕੁਝ ਵੀ ਨਹੀਂ ਨਤੀਜਾ ਭਾਵੇਂ ਕੁਝ ਵੀ ਨਾ ਹੋਵੇ। ਸੋ ਇਸ ਦਾ ਮਤਲਬ ਇਹ ਹੈ ਕਿ ਸਰਕਾਰ ਨੇ ਵਾਅਦਾ ਵੀ ਕੀਤਾ ਹੋਇਆ ਸੀ ਤੇ ਉਸ ਵਾਅਦੇ ਖਾਤਰ ਗੱਫੇ ਵੀ ਖਰਚੇ ਗਏ ਨੇ ਤੇ ਵਿੱਚੋਂ ਨਿਕਲਿਆ ਕੀ ਹੈ ਇਸ ਦੇ ਬਾਰੇ ਅਜੇ ਕੋਈ ਪਤਾ ਨਹੀਂ ਜੀ। ਤੇ ਅਗਲੀ ਗੱਲ ਵੱਲ ਆਈਏ ਤੇ ਨਵਜੋਤ ਸਿੰਘ ਸਿੱਧੂ ਫਿਰ ਕੁਝ ਬੋਲ ਰਹੇ ਨੇ। ਉਹਨਾਂ ਨੇ ਹੁਣ ਨਵਾਂ ਕੀ ਬੋਲਿਆ ਤੇ ਕਿਆ ਕੋਈ ਉਹਦਾ ਮਤਲਬ ਬਣਦਾ? ਕੁੱਲ ਮਿਲਾ ਕੇ ਜੀ ਉਹਦਾ ਕੋਈ ਮਤਲਬ ਨਹੀਂ ਬਣਦਾ। ਜੇ ਨਵਜੋਤ ਸਿੰਘ ਸਿੱਧੂ ਨੇ ਬੋਲਣਾ ਸੀ ਤੇ ਉਹ ਇਸ ਕੰਮ ਲਈ ਕੈਪਟਨ ਸਾਹਿਬ ਨੂੰ ਮਿਲ ਕੇ ਗੱਲ ਕਰ ਸਕਦੇ ਸੀ। ਜਦੋਂ ਉਹਨਾਂ ਨੂੰ ਕੋਈ ਅਹੁਦੇ ਦੀ ਆਸ ਨਜ਼ਰ ਆਉਂਦੀ ਆ, ਜਦੋਂ ਲੱਗਦਾ ਕਿ ਸ਼ਾਇਦ ਮੈਨੂੰ ਪ੍ਰਧਾਨ ਬਣਾ ਦੇਣਗੇ ਜਾਂ ਮੇਰੀ ਪਸੰਦ ਵਾਲੀ ਕੈਬਨਿਟ ਦੇ ਵਿੱਚ ਮੈਨੂੰ ਰੈਂਕ ਮਿਲ ਜਾਏਗਾ, ਫਿਰ ਤੇ ਉਹ ਉਹਨਾਂ ਦੇ ਫਾਰਮ ਤੇ ਜਾ ਕੇ ਚਾਹ ਵੀ ਪੀ ਸਕਦੇ ਨੇ ਤੇ ਲੰਚ ਵੀ ਕਰ ਲੈਂਦੇ ਨੇ। ਤੇ ਜੇ ਪੰਜਾਬ ਦੇ ਹੱਕ ਦੀ ਗੱਲ ਸੀ ਤੇ ਫਿਰ ਉਹਨਾਂ ਨੇ ਪਟਿਆਲੇ ਜਾ ਕੇ ਪ੍ਰੈਸ ਕਾਨਫਰੰਸ ਹੀ ਕੀਤੀ ਹੈ। ਉਹ ਕੈਪਟਨ ਸਾਹਿਬ ਨੂੰ ਕਹਿ ਸਕਦੇ ਸੀ ਕਿ ਮੈਨੂੰ ਵੀ ਇਸ ਮੀਟਿੰਗ 'ਚ ਬੁਲਾਓ, ਮੈਂ ਵੀ ਵਿਧਾਨ ਸਭਾ ਦੇ ਵਿੱਚ ਮੈਂਬਰ ਆ। ਪਰ ਨਹੀਂ, ਉਹਨਾਂ ਨੇ ਇੱਕ ਸਿਰਫ ਪ੍ਰੈਸ ਕਾਨਫਰੰਸ ਕੀਤੀ ਆ। ਜਿੱਦਾਂ ਅਸੀਂ ਪਹਿਲਾਂ ਵੀ ਕਾਫੀ ਦਿਨਾਂ ਤੋਂ ਇਹ ਗੱਲ ਕਰ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਵੀ ਆਪਣੇ ਸਿਆਸੀ ਜਿਹੜੇ ਆ ਪੇੜੇ ਆ ਉਹਦੀ ਪਛਾਣ ਦੇ ਵਿੱਚ ਲੱਗੇ ਹੋਏ ਨੇ, ਪਰ ਉਹ ਕਾਫੀ ਦੇਰ ਤੋਂ ਇਹ ਕੁਝ ਕਰ ਰਹੇ ਨੇ, ਲੋਕਾਂ ਤੋਂ ਟੁੱਟੇ ਹੋਏ ਸੀ ਕਾਫੀ ਦੇਰ ਤੋਂ। ਤੇ ਹੁਣ ਜਦੋਂ ਇਲੈਕਸ਼ਨ ਨੇੜੇ ਆ ਗਈ ਆ ਤੇ ਹੁਣ ਉਹ ਕਦੀ ਕਿਸੇ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦੇ ਨੇ, ਕਦੀ ਕਿਸੇ ਮੁੱਦੇ ਤੇ ਕਰਦੇ ਨੇ। ਕੁੱਲ ਮਿਲਾ ਕੇ ਉਹਨਾਂ ਦਾ ਵੀ ਜਿਹੜਾ ਸਿਸਟਮ ਆ ਉਹ ਤਾਲੋਂ ਖੁੱਤੀ ਡੂਮਣੀ ਗਾਵੇ ਤਾਲ ਬੇਤਾਲ, ਕੁਛ ਇਦਾਂ ਦੀ ਕਹਾਵਤ ਇੱਕ ਹੁੰਦੀ ਆ। ਉਹ ਬੋਲ ਤੇ ਰਹੇ ਨੇ, ਗੱਲ ਵੀ ਉਹਨਾਂ ਦੀ ਠੀਕ ਆ, ਪਰ ਗੱਲ ਜਿਹੜੀ ਆ ਉਹ ਕਿੱਥੇ ਰੱਖਣੀ ਚਾਹੀਦੀ ਆ ਤੇ ਉਸ ਗੱਲ ਦਾ ਅਸਰ ਕੀ ਆ। ਪੱਤਰਕਾਰਾਂ ਨੇ ਉਹਨਾਂ ਨੂੰ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਸਿੱਧੂ ਸਾਹਿਬ ਤੁਸੀਂ ਆਪਣਾ ਕੋਈ ਰੋਡ ਮੈਪ ਦੇ ਰਹੇ ਆ ਵੀ ਜੇ ਲੋਕ ਤੁਹਾਡੀਆਂ ਗੱਲਾਂ ਤੇ ਯਕੀਨ ਕਰਦੇ ਆ ਤਾਂ ਤੁਸੀਂ ਕੱਲ ਕੀ ਕਰੋਗੇ? ਤੇ ਫਿਰ ਉਹ ਉਸ ਗੱਲ ਦਾ ਕੋਈ ਜਵਾਬ ਨਹੀਂ ਦਿੰਦੇ ਜੀ। ਤੇ ਇਸ ਵੇਲੇ ਆਪਾਂ ਕੁਲਦੀਪ ਜੀ ਕੋਲੋਂ ਵੀ ਇਸੇ ਮੁੱਦੇ ਤੇ ਜਵਾਬ ਲਵਾਂਗੇ, ਪਰ ਵੇਲਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜਾ ਮੁੱਦੇ ਤੇ ਅੰਮ੍ਰਿਤ ਜੀ ਦੇ ਵਿਚਾਰ ਸਾਂਝੇ ਕੀਤੇ, ਹੁਣ ਤੁਸੀਂ ਉਹਦੇ ਬਾਰੇ ਕੀ ਆਖੋਗੇ? ਨਵਜੋਤ ਸਿੱਧੂ ਜੀ ਦੀ ਗੱਲ ਇਹ ਹੈ ਕਿ ਕ੍ਰਿਕਟ ਖੇਡਦੇ ਰਹੇ ਨੇ ਔਰ ਖਿਡਾਰੀ ਨੇ, ਤੇ ਉਸ ਸਮੇਂ ਤੇ ਖੇਡਦੇ ਰਹੇ ਨੇ ਜਦੋਂ ਇੰਨਾ ਅਜੇ ਟੀਵੀ ਦਾ ਇੰਨਾ ਜ਼ੋਰ ਨਹੀਂ ਸੀ। ਰੇਡੀਓ ਤੇ ਵੀ ਲੋਕ ਕਮੈਂਟਰੀ ਸੁਣਦੇ ਸਨ ਤੇ ਕਈ ਵਾਰੀ ਮੌਸਮ ਖਰਾਬ ਹੋਵੇ ਜਾਂ ਦੂਰ ਦੇ ਸਟੇਸ਼ਨ ਤੇ ਕਮੈਂਟਰੀ ਆਉਂਦੀ ਹੋਵੇ ਤੇ ਉਹ ਫ੍ਰੀਕੁਐਂਸੀ ਹੌਲੀ ਹੌਲੀ ਸੈੱਟ ਕਰਨੀ ਪੈਂਦੀ ਹੈ ਤੇ ਵਿੱਚ ਆਵਾਜ਼ ਡਿਸਟਰਬੈਂਸ ਸਾਰੀ ਕਿਰੜ ਹੁੰਦੀ ਹੈ ਤੇ ਸੁਣਨ ਵਾਲੇ ਕਹਿ ਦਿੰਦੇ ਕਿ ਕਮੈਂਟਰੀ ਦੀ ਆਵਾਜ਼ ਤੇ ਆ ਰਹੀ ਹੈ ਪਰ ਕਲੀਅਰ ਨਹੀਂ ਹੋ ਰਹੀ। ਇਹੋ ਹੀ ਗੱਲ ਸਿੱਧੂ ਸਾਹਿਬ ਦੀ ਹੈ ਜੀ, ਮਤਲਬ ਇਹ ਫ੍ਰੀਕੁਐਂਸੀ ਮਿਲ ਨਹੀਂ ਰਹੀ। ਫ੍ਰੀਕੁਐਂਸੀ ਹਾਂ, ਉਹ ਜਿਹੜੇ ਸਿਗਨਲ ਟਰਾਂਸਮਿਟ ਕਰ ਰਹੇ ਨੇ ਜਿੰਨੀ ਫ੍ਰੀਕੁਐਂਸੀ ਤੇ ਮੋਰੇ ਰਿਸੀਵ ਕਰਨ ਵਾਲੇ ਜਾਂ ਸਾਨੂੰ ਨਹੀਂ ਪਤਾ ਤੇ ਜਾਂ ਕਿਸੇ ਹੋਰ ਨੂੰ ਨਹੀਂ ਪਤਾ ਕਿ ਅਜੇ ਤੱਕ ਉਹ ਕਲੀਅਰ ਨਹੀਂ ਹੋ ਰਿਹਾ ਕਿ ਅਸਲ ਵਿੱਚ ਉਹ ਕਿੱਧਰ ਨੂੰ ਜਾਣਾ ਚਾਹੁੰਦੇ ਨੇ। ਜਾਂ ਸਿਰਫ ਇੰਨੀ ਕੁ ਗੱਲ ਹੈ ਕਿ ਸਰਕਾਰ ਨਾਲ ਨਾਰਾਜ਼ ਨੇ, ਸਰਕਾਰ ਦੇ ਖਿਲਾਫ ਉਹ ਸ਼ੇਰੋ ਸ਼ਾਇਰੀ ਦੇ ਅੰਦਾਜ਼ ਵਿੱਚ ਬੋਲਦੇ ਸਨ ਸਿਰਫ, ਤੇ ਹੁਣ ਥੋੜ੍ਹਾ ਜਿਹਾ ਖੁੱਲ੍ਹ ਕੇ ਬੋਲਣ ਲੱਗੇ ਨੇ। ਕੀ ਕਹਿੰਦੇ ਨੇ ਕਿ ਸਿੱਟ ਦੀ ਰਿਪੋਰਟ ਨੂੰ ਜਨਤਕ ਕਰ ਦਿੱਤਾ ਜਾਵੇ। ਹੁਣ ਅਦਾਲਤ ਉਸ ਰਿਪੋਰਟ ਨੂੰ ਨਕਾਰ ਚੁੱਕੀ ਹੈ। ਕੀ ਜਨਤਕ ਕਰਨ ਨਾਲ ਉਸ ਦੀ ਕੋਈ ਕਾਨੂੰਨੀ ਮਾਨਤਾ ਹੈ? ਜਿਸ ਅਦਾਲਤ ਮਾਨਯੋਗ ਅਦਾਲਤ ਹੈ, ਸਾਰਿਆਂ ਦਾ ਫਰਜ਼ ਬਣਦਾ ਕਿ ਉਸ ਦਾ ਹੁਕਮ ਨੂੰ ਮੰਨਿਆ ਜਾਵੇ, ਤੇ ਫਿਰ ਉਸ ਦੀ ਰਿਪੋਰਟ ਨੂੰ ਜਨਤਕ ਕਰਨ ਨਾਲ ਕੀ ਹੋਵੇਗਾ ਕਿ ਇੱਕ ਅਜਿਹਾ ਇੱਕ ਨਾਵਲ ਦੀ ਕਹਾਣੀ ਵਾਂਗ ਕੀ ਉਸ ਨੂੰ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਜਾਵੇ। ਜੇ ਤਾਂ ਉਸ ਵਿੱਚ ਸੱਚਾਈ ਹੈ ਤੇ ਫਿਰ ਅਦਾਲਤ ਨੂੰ ਐਕਸੈਪਟ ਕਰ ਲੈਣੀ ਚਾਹੀਦੀ ਸੀ। ਹੁਣ ਇਹ ਤਾਂ ਅਦਾਲਤ ਜਾਣਦੀ ਹੈ ਕਿ ਉਹਨਾਂ ਨੇ ਕਿਉਂ ਰੱਦ ਕੀਤੀ ਹੈ। ਸੋ ਇਸ ਮਾਮਲੇ ਦੇ ਵਿੱਚ ਜ਼ਾਹਿਰਾ ਤੌਰ ਤੇ ਸਿੱਟ ਦੀ ਰਿਪੋਰਟ ਨੂੰ ਜਨਤਕ ਕਰਕੇ ਉਹ ਰਾਜਨੀਤਿਕ ਲਾਹੇਵਲ ਦਾ ਸੋਚ ਰਹੇ ਨੇ। ਨਾਲ ਦੀ ਨਾਲ ਕੁਝ ਉਹਨਾਂ ਨੇ ਦੋ ਗੱਲਾਂ ਕੀਤੀਆਂ ਨੇ। ਇੱਕ ਤੇ ਇਹੋ ਕਿ ਕੋਟਕਪੂਰਾ ਬਹਿਬਲ ਕਲਾਂ ਗੋਲੀकांड ਤੇ ਬੇਅਦਬੀ ਕਾਂਡ ਦੀ ਅਸੀਂ ਜਾਂਚ ਕਰਾਵਾਂਗੇ ਤੇ ਨਿਆਂ ਲੈ ਕੇ ਦੇਵਾਂਗੇ, ਤੇ ਦੂਸਰਾ ਨਸ਼ਿਆਂ ਦੀ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੋਲਬਾਲਾ ਹੈ, ਇੰਨੀ ਜ਼ਿਆਦਾ ਸਮਗਲਿੰਗ ਤੇ ਹੋਰ ਚੀਜ਼ਾਂ ਹੋ ਰਹੀਆਂ ਨੇ, ਉਸ ਚੀਜ਼ ਤੇ ਰੋਕਥਾਮ ਕਰਾਂਗੇ। ਉਹਨਾਂ ਨੇ ਗੱਲ ਸਪਸ਼ਟ ਹੁਣ ਆਖ ਦਿੱਤੀ ਕਿ ਇਹਨਾਂ ਦੋਨਾਂ ਮੁੱਦਿਆਂ ਤੇ ਲੋਕ ਸਾਡੇ ਕੋਲੋਂ ਜਵਾਬ ਮੰਗਣਗੇ ਤੇ ਅਸੀਂ ਫੇਲ ਹੋਏ ਹਾਂ ਜੀ। ਤੇ ਅੰਮ੍ਰਿਤ ਜੀ, ਤੁਹਾਡੇ ਵੱਲ ਆਉਂਦੀਆਂ ਕਣਕ ਦਾ ਖਰੀਦ ਸੀਜ਼ਨ ਚੱਲ ਰਿਹਾ ਹੈ ਜੀ, ਮੌਸਮ ਦੀ ਮਾਰ ਵੀ ਕਿਤੇ ਕਿਤੇ ਪੈ ਰਹੀ ਹੈ, ਤੇ ਕਿਵੇਂ ਦਾ ਚੱਲ ਰਿਹਾ ਇਸ ਵੇਲੇ ਮਾਹੌਲ ਮੰਡੀ ਦਾ? ਮੌਸਮ ਨੇ ਕੱਲ ਕਿਸਾਨਾਂ ਨੂੰ ਕਾਫੀ ਡਰਾਇਆ। ਉਹਦੇ ਕਰਕੇ ਇਹ ਜਿਹੜੀ ਖਰੀਦ ਸੀ ਇੱਕ ਦਿਨ ਦੇ ਵਿੱਚ ਮੰਡੀਆਂ ਦੇ ਵਿੱਚ 2-2.5 ਲੱਖ ਟਨ ਕਣਕ ਵੱਧ ਆਈ ਹੈ ਇੱਕ ਦਿਨ 'ਚ। ਖਰੀਦੀ ਕਿੰਨੀ ਗਈ ਆ ਉਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਚੱਲੇਗਾ। ਕਣਕ ਦੀ ਖਰੀਦ ਚੱਲ ਰਹੀ ਆ ਜੀ, ਪਰ
ਕਿਸਾਨ ਮੰਡੀ ਦੇ ਵਿੱਚ ਕਾਫੀ ਪਰੇਸ਼ਾਨ ਹੋ ਰਹੇ ਨੇ। ਉਹਦੀ ਵਜ੍ਹਾ ਜਿਹੜੀ ਉਹਨਾਂ ਦੀ ਪੋਰਟਲ ਦੇ ਉੱਤੇ ਐਂਟਰੀ ਹੋਣੀ ਹੁੰਦੀ ਆ, ਫਿਰ ਉਹਨਾਂ ਦਾ ਆਧਾਰ ਕਾਰਡ ਲੱਗਣਾ ਹੈ, ਬੈਂਕ ਡਿਟੇਲ ਲੱਗਣੀ ਹੈ, ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕਣਕ ਦੀ ਕਿਸਮ ਪਾਈ ਜਾਣੀ ਹੈ ਤੇ ਉਹਦੀ ਜਾਣਕਾਰੀ ਦਿੱਤੀ ਜਾਂਦੀ ਹੈ, ਫਿਰ ਉਹ ਆੜਤੀਏ ਦਾ ਆਪਣਾ ਵੇਰਵਾ ਦਰਜ ਹੁੰਦਾ, ਫਿਰ ਉਹ ਮੰਡੀ ਇੰਸਪੈਕਟਰ ਉਹਨੂੰ ਮਨਜ਼ੂਰ ਕਰਦਾ ਹੈ, ਉਸ ਤੋਂ ਬਾਅਦ ਹੀ ਜਿਹੜੀ ਉਹਦੀ ਖਰੀਦ ਹੁੰਦੀ ਆ, ਫਿਰ ਉਹ ਖਰੀਦ ਦੇ ਵੇਰਵੇ ਦਰਜ ਕੀਤੇ ਜਾਂਦੇ ਨੇ, ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਪੇਮੈਂਟ ਦਾ ਸਿਸਟਮ ਆ, ਜੋ ਇੱਕ ਨਵਾਂ ਸਿਸਟਮ ਅੱਜ ਦੀ ਡੇਟ ਦੇ ਵਿੱਚ ਹੈ। ਆੜਤੀਏ ਉਹਦੇ ਵਿੱਚ ਫੇਰ ਸ਼ਾਮਲ ਨੇ, ਆੜਤੀਏ ਨੇ ਵੀ ਪੇਮੈਂਟ ਦਾ ਬਟਨ ਦੱਸਣਾ ਹੈ, ਤੇ ਕਿਸਾਨ ਦੀ ਜਿਹੜੀ ਪਰੇਸ਼ਾਨੀ ਆ ਉਹ ਮੰਡੀ ਦੇ ਵਿੱਚ ਵਧੀ ਹੋਈ ਹੈ। ਤੇ ਖੁੱਲੇ ਦੇ ਵਿੱਚ ਮੰਡੀਆਂ ਨੇ ਬਹੁਤ ਸਾਰੀਆਂ, ਸਾਡੇ ਆਮ ਤੌਰ ਤੇ ਸ਼ੈੱਡ ਜਿਹੜੇ ਸ਼ਹਿਰਾਂ ਦੇ ਵਿੱਚ ਤੇ ਕੁਝ ਬੰਦ ਨੇ, ਛੱਤ ਨੇ, ਪਰ ਬਹੁਤ ਜਗ੍ਹਾ ਦੇ ਉੱਤੇ ਜਿਹੜੀਆਂ ਮੰਡੀਆਂ ਨੇ ਉਹ ਖੁੱਲੇ ਦੇ ਵਿੱਚ ਲੱਗੀਆਂ ਹੋਈਆਂ ਨੇ। ਤੇ ਜਦੋਂ ਚਾਹੇ ਉਹ ਹਨੇਰੀ ਆਉਂਦੀ ਆ, ਚਾਹੇ ਕਿਹਾ ਜਾਂਦਾ ਸੀ ਇਹਨਾਂ ਦਿਨਾਂ ਦੇ ਵਿੱਚ ਕਿ ਅੱਜ ਕੱਲ੍ਹ ਦੇ ਸਮੇਂ 'ਚ ਤੇ ਸੋਨੇ ਦੀ ਛਿੱਟ ਵੀ ਮਾੜੀ ਆ, ਜੇ ਪਾਣੀ ਕਿਤੇ ਉੱਪਰੋਂ ਡਿੱਗਦਾ ਹੈ ਤੇ ਕਣਕ ਦੀ ਫਸਲ ਦਾ ਉਹਦੇ 'ਚ ਨੁਕਸਾਨ ਹੁੰਦਾ ਹੈ। ਖਰੀਦ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਉਹ 13 ਕਰੋੜ ਦੇ ਕਰੀਬ 13.7 ਕੋਈ 14 ਕਰੋੜ ਦੇ ਲਗਭਗ ਰੁਪਈਏ ਉਹਨਾਂ ਨੇ ਡਾਇਰੈਕਟ ਟਰਾਂਸਫਰ ਕਰ ਦਿੱਤੇ ਨੇ। ਪਰ ਇਹ ਅਮਾਊਂਟ ਜਿਹੜੀ ਆ ਉਹ ਬਹੁਤ ਥੋੜੀ ਆ ਹੁਣ ਤੱਕ ਜਿੰਨੀ ਕਣਕ ਉਹ ਖਰੀਦ ਚੁੱਕੇ ਨੇ। ਤੇ ਬਹੁਤ ਸਾਰੀਆਂ ਛੋਟੀਆਂ ਮੰਡੀਆਂ ਦਾ ਜਦੋਂ ਦੌਰਾ ਕਰਕੇ ਦੇਖਦੇ ਆ ਤੇ ਉੱਥੇ ਪਤਾ ਲੱਗਦਾ ਕਿ ਹਾਲੇ ਤੱਕ ਬਹੁਤ ਘੱਟ ਜਿਹੜੀ ਪੇਮੈਂਟ ਆ ਉਹ ਆਈ ਆ, ਜਾਂ ਕੁਝ ਮੰਡੀਆਂ ਅਜਿਹੀਆਂ ਵੀ ਨੇ ਜਿੱਥੇ ਬਿਲਕੁਲ ਵੀ ਪੇਮੈਂਟ ਨਹੀਂ ਆਈ, ਅਧਿਕਾਰੀ ਨਹੀਂ ਪਹੁੰਚੇ ਤੇ ਪੇਮੈਂਟ ਕਿਹਨੂੰ ਮਿਲਣੀ? ਜੀ FCI ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸੈਂਟਰਲ ਏਜੰਸੀ ਦੀ, ਤੇ 6 ਜ਼ਿਲ੍ਹੇ ਪੰਜਾਬ ਦੇ ਐਸੇ ਨੇ ਜਿੱਥੇ ਉਹਨਾਂ ਨੇ ਹਾਲੇ ਤੱਕ ਇੱਕ ਦਾਣਾ ਵੀ ਖਰੀਦ ਨਹੀਂ ਕੀਤੀ, ਜਦ ਕਿ ਵੱਡਾ ਜਿਹੜਾ ਹਿੱਸਾ ਆ 20 ਤੋਂ 22% ਜਿਹੜੀ ਕਣਕ ਆ ਉਹ ਉਹਨਾਂ ਨੇ ਖਰੀਦ ਕਰਨੀ ਹੈ। ਤੇ ਇਹੋ ਜਿਹੀ ਹੀ ਸੂਚਨਾ ਹੋਰ ਵੀ ਸੀ ਇੱਕ ਪਰਮਿੰਦਰ ਜੀ, ਕਿ ਪੰਜਾਬ ਤੇ ਜਦੋਂ ਹਰਿਆਣੇ ਦੀ ਗੱਲ ਕਰਦੇ ਹਾਂ, ਪੰਜਾਬ ਚੋਂ ਕੇਂਦਰੀ ਏਜੰਸੀਆਂ ਨੇ 18 ਲੱਖ ਟਨ ਖਰੀਦੀ ਆ ਕਣਕ, ਤੇ ਹਰਿਆਣੇ ਚੋਂ ਉਹੀ ਜਿਹੜੀ ਕਣਕ ਆ ਉਹ 36 ਲੱਖ ਟਨ ਖਰੀਦ ਚੁੱਕੇ ਨੇ। ਪੰਜਾਬ ਤੋਂ ਹਰਿਆਣੇ ਦੀ ਜੇ ਗੱਲ ਕਰੀਏ ਤੇ ਹਰਿਆਣਾ ਛੋਟਾ ਸਟੇਟ ਆ, ਪਰ ਉਹਦਾ ਇੱਕ ਇਹ ਵੀ ਗੱਲ ਆ ਕਿ ਹਰਿਆਣਾ ਦੀ ਸਰਕਾਰ ਜਿਹੜੀ ਆ ਉਹ ਇਹੀ ਖਰੀਦ ਜਿਹੜੀ ਆ 1 ਤਰੀਕ ਤੋਂ ਸ਼ੁਰੂ ਕਰ ਚੁੱਕੀ ਹੈ। ਪਰ ਫਿਰ ਵੀ ਸੈਂਟਰਲ ਏਜੰਸੀਆਂ ਦੀ ਜਿਹੜੀ ਖਰੀਦ ਆ ਉਹ ਪੰਜਾਬ ਦੇ ਵਿੱਚ ਘੱਟ ਹੋ ਰਹੀ ਆ ਮੁਕਾਬਲਤਨ ਹਰਿਆਣਾ। ਤੇ ਇੱਕ ਹੋਰ ਜਿਹੜੀ ਗੱਲ ਆ ਉਹ ਹੁਣ ਦੀ ਇਹ ਆ ਕਿ ਮੰਡੀਆਂ ਦੇ ਵਿੱਚ ਮਜ਼ਦੂਰਾਂ ਦੀ ਵੀ ਵੱਡੀ ਕਮੀ ਨਜ਼ਰ ਦੇ ਵਿੱਚ ਆ ਰਹੀ ਹੈ, ਕਿਉਂਕਿ ਕਰੋਨਾ ਦਾ ਸੀਜ਼ਨ ਹੋਣ ਕਰਕੇ ਪਿਛਲੇ ਸਾਲ ਵਾਲੇ ਸਥਿਤੀ ਬਣੀ ਹੋਈ ਆ। ਬਹੁਤ ਸਾਰੇ ਮਜ਼ਦੂਰ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਨੇ, ਕੁਝ ਹੋਰ ਵਸੀਲਿਆਂ ਦੇ ਵਿੱਚ ਫਸੇ ਹੋਣ ਕਰਕੇ ਆੜਤੀਆਂ ਦੇ ਨਾਲ ਜਿਹੜੀ ਉਹਨਾਂ ਦੀ ਸੀਗੀ ਬੈਲੈਂਸਿੰਗ, ਇੱਕ ਉਹਨਾਂ ਦਾ ਟਾਈ ਅਪ ਸੀਗਾ, ਉਹ ਲੇਟ ਹੋ ਗਿਆ, ਹੋਣੀ ਆ ਨਹੀਂ ਹੋਣੀ, ਆੜਤੀਆਂ ਨੇ ਮਜ਼ਦੂਰਾਂ ਨੂੰ ਰੱਖਣਾ ਆ ਨਹੀਂ ਰੱਖਣਾ, ਉਹ ਜਿਹੜੀ ਚੱਲਦਿਆਂ ਜਦੋਂ ਲੇਟ ਹੋਣ ਦੇ ਨਾਲ ਇਸ ਵੇਲੇ ਮੰਡੀਆਂ ਦੇ ਵਿੱਚ ਮਜ਼ਦੂਰਾਂ ਦੀ ਵੀ ਵੱਡੀ ਜਿਹੜੀ ਕਮੀ ਉਹ ਸਾਹਮਣੇ ਆ ਰਹੀ ਹੈ। ਤੇ ਇੱਕ ਹੋਰ ਜਿਹੜੀ ਗੱਲ ਹੈ ਉਹ ਇਹ ਆ ਜੀ, 151 ਕਰੋੜ ਜਿਹੜਾ ਆੜਤੀਆਂ ਦਾ ਬਕਾਇਆ ਸੀ, ਜਿਹੜਾ FCI ਨੇ ਦੇਣਾ ਸੀ, ਉਹ ਕਾਫੀ ਦੇਰ ਤੋਂ ਡਿਮਾਂਡ ਕਰਦੇ ਸੀ। FCI ਨੇ ਹਾਲੇ ਜਾਰੀ ਨਹੀਂ ਕੀਤਾ, ਪਰ ਪੰਜਾਬ ਸਰਕਾਰ ਨੇ ਉਹ ਪੈਸੇ ਆੜਤੀਆਂ ਨੂੰ ਜਾਰੀ ਕਰ ਦਿੱਤੇ ਨੇ। ਤੇ ਇੱਥੇ ਹੁਣ ਪੰਜਾਬ ਸਰਕਾਰ ਨੇ ਆੜਤੀਆਂ ਦਾ ਜਿਹੜਾ ਫਾਇਦਾ ਉਹ ਦੇਖਿਆ ਕਿ ਜੇ ਸੈਂਟਰਲ ਏਜੰਸੀਆਂ ਨਹੀਂ ਵੀ ਹਾਲੇ ਤੱਕ ਪੈਸੇ ਦੇ ਰਹੀਆਂ, ਤੇ ਪੰਜਾਬ ਸਰਕਾਰ ਨੇ ਆਪਣੇ ਕੋਲੋਂ ਉਹ ਜਿਹੜੀ ਕੀਮਤ ਆ ਉਹ ਆੜਤੀਆਂ ਨੂੰ ਉਤਾਰ ਦਿੱਤੀ ਆ, ਤੇ ਆੜਤੀਆਂ ਦੀ ਜਿਹੜੀ ਬਕਾਇਆ ਸੀ ਉਹਨਾਂ ਨੂੰ ਮਿਲ ਗਈ ਆ। ਤੇ ਸਰਕਾਰ ਨੇ ਇਹ ਵੀ ਕਿਹਾ ਕਿ ਜਦੋਂ ਕੇਂਦਰ ਵਾਲੀ ਪੇਮੈਂਟ ਆਊਗੀ ਤੇ ਇਹ ਆੜਤ ਵਾਲੇ ਜਿਹੜੇ ਪੈਸੇ ਨੇ, ਆੜਤ ਕਿਉਂਕਿ ਉਹਨਾਂ ਨੂੰ ਡਾਇਰੈਕਟ ਪੇਮੈਂਟ ਹੋਣੀ ਹੈ ਤੇ ਉਹ ਵਾਪਸ ਪੰਜਾਬ ਸਰਕਾਰ ਨੂੰ ਮਿਲ ਜੂਗੀ। ਪਰ ਜਿੱਥੋਂ ਤੱਕ ਖਰੀਦ ਦੀ ਗੱਲ ਆ ਉਹ ਬਿਲਕੁਲ ਭੰਬਲ ਭੂਸੇ ਵਾਲੀ ਸਥਿਤੀ ਆ, ਘੱਟ ਖਰੀਦ ਹੋ ਰਹੀ ਆ, ਬਾਰਦਾਨੇ ਦੀ ਵੀ ਕਮੀ ਸਾਹਮਣੇ ਆ ਰਹੀ ਜੀ। ਔਰ ਰਾਜੇਵਾਲ ਹੋਰਾਂ ਨੇ ਕਿਹਾ ਹੈ ਕਿ ਸੈਂਟਰ ਤੇ ਕੈਪਟਨ ਸਰਕਾਰ ਦੋਵੇਂ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਉਹਨਾਂ ਨੂੰ ਇਹ ਗੱਲ ਮਜਬੂਰੀ 'ਚ ਕਹਿਣੀ ਪਈ ਕਿ ਹਾਲਾਤ ਵੇਖ ਕੇ ਹੀ ਉਹਨਾਂ ਨੇ ਗੱਲ ਆਖੀ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਰਾਜੇਵਾਲ ਸਾਹਿਬ ਤੋਂ ਜ਼ਿਆਦਾ ਸਿਆਣੇ ਆ, ਪਰ ਅਸੀਂ ਬੀਤੇ ਦਿਨੀ 2 ਹਫ਼ਤਾ ਪਹਿਲਾਂ ਵੀ ਆਪਣੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਇਹਦੇ ਲਈ ਦੋਨਾਂ ਦੀ ਹੀ ਮਿਸਮੈਨੇਜਮੈਂਟ ਜ਼ਿੰਮੇਵਾਰ ਹੈ। ਜੇ ਡਾਇਰੈਕਟ ਪੇਮੈਂਟ ਵੀ ਕਰਨੀ ਸੀ ਤਾਂ ਇਹਦੇ ਤੇ ਫੈਸਲਾ ਕੁਝ ਮਹੀਨੇ ਪਹਿਲਾਂ ਲੈ ਕੇ ਉਹਦੇ ਨਾਲ ਸੰਬੰਧਿਤ ਜਿਹੜੇ ਪ੍ਰਬੰਧ ਸੀ ਉਹ ਮੁਕੰਮਲ ਕੀਤੇ ਜਾ ਸਕਦੇ ਸੀ। ਜੀ। ਤੇ ਅਗਲੇ ਮੁੱਦੇ ਵੱਲ ਆਈਏ ਤੇ ਦੀਪ ਸਿੱਧੂ ਦਾ ਨਾਮ ਫਿਰ ਇਸ ਵੇਲੇ ਚਰਚਾ 'ਚ ਹੈ। ਕੁਲਦੀਪ ਜੀ, ਤੁਸੀਂ ਦੱਸੋ ਵੀ ਉਹਨੂੰ ਜ਼ਮਾਨਤ ਮਿਲ ਗਈ ਹੈ ਤੇ ਹੁਣ ਅੱਗੇ ਕੀ ਹੋਣਾ? 9 ਫਰਵਰੀ ਨੂੰ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਸੀ। 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਤੇ ਉੱਥੇ ਜੋ ਝੰਡਾ ਲਹਿਰਾ ਦਿੱਤਾ ਗਿਆ, ਕਿਹੜਾ ਝੰਡਾ, ਕਿਵੇਂ, ਕਿਸ ਤਰ੍ਹਾਂ, ਦੀਪ ਸਿੱਧੂ ਨੂੰ ਉਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪਹਿਲਾਂ ਉਸ ਨੂੰ ਨਾਮਜ਼ਦ ਕੀਤਾ ਗਿਆ, ਹੋਰ ਬਹੁਤ ਸਾਰੇ 160 ਲੋਕਾਂ ਨੂੰ ਵੀ ਕੀਤਾ ਗਿਆ। ਲੱਖਾ ਸਿਧਾਣਾ ਵੀ ਉਸੇ ਕੇਸ ਵਿੱਚ ਨਾਮਜ਼ਦ ਹੈ। ਪਰ ਦੀਪ ਸਿੱਧੂ 9 ਫਰਵਰੀ ਨੂੰ ਹਰਿਆਣੇ ਦੇ ਵਿੱਚੋਂ ਗ੍ਰਿਫਤਾਰ ਹੋ ਗਿਆ ਸੀ ਤੇ ਹੁਣ ਉਸ ਨੂੰ ਜ਼ਮਾਨਤ ਮਿਲ ਗਈ ਆ ਅੱਜ, ਤੇ ਹੋ ਸਕਦਾ ਕਿ ਅੱਜ ਸ਼ਾਮ ਤੱਕ ਉਸ ਦੀ ਰਿਹਾਈ ਵੀ ਹੋ ਜਾਵੇ। ਹੁਣ ਇਸ ਤੋਂ ਬਾਅਦ ਪੈਂਤੜਾ ਤੇ ਉਹਨਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਪੈਂਤੜਾ ਅਪਣਾਉਂਦੇ ਨੇ, ਜਾਂ ਬਾਹਰ ਆ ਕੇ ਕੁਝ ਬੋਲਦੇ ਨੇ, ਜਾਂ ਅੰਦਰੋਂ ਉਹ ਕਿਸ ਤਰ੍ਹਾਂ ਦੀ ਸਿੱਖਿਆ ਲੈ ਕੇ ਆਉਂਦੇ ਨੇ। ਸਿੱਖਿਆ ਤੋਂ ਭਾਵ ਇਹ ਨਹੀਂ ਕਿ ਕੋਈ ਸਰਕਾਰ ਨਾਲ ਉਹਨਾਂ ਦੇ ਹੱਥ ਮਿਲਿਆ, ਮੈਂ ਇਸ ਗੱਲ ਦੀ ਗਰੰਟੀ ਨਹੀਂ ਕਰ ਸਕਦਾ, ਪਰ ਕੀ ਉਹ ਜ਼ਮਾਨਤ ਤੇ ਆਉਂਦੇ ਨੇ ਜਾਂ ਕਿਹੜੀਆਂ ਸ਼ਰਤਾਂ ਦੇ ਤਹਿਤ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕੀਤਾ ਜਾਵੇਗਾ। ਕੀ ਇਸ ਵਿੱਚ ਕੋਈ ਅਜਿਹੀ ਸ਼ਰਤ ਹੋਵੇਗੀ ਕਿ ਜਿਸ ਦੇ ਤਹਿਤ ਉਹ ਮੀਡੀਆ ਨੂੰ ਜਾਂ ਆਪਣੇ ਸੋਸ਼ਲ ਪਲੇਟਫਾਰਮ ਤੋਂ ਬੋਲ ਸਕਣਗੇ? ਪਹਿਲਾਂ ਤੇ ਜਿਹੜੇ ਲੋਕ ਆਏ ਨੇ ਉਹਨਾਂ ਵਿੱਚੋਂ ਕਈ ਬੋਲ ਰਹੇ ਨੇ, ਉਹਨਾਂ ਤੇ ਇੰਨੀ ਜ਼ਿਆਦਾ ਕਿੰਤੂ ਪਰੰਤੂ ਨਹੀਂ ਹੋ ਰਿਹਾ, ਪਰ ਦੀਪ ਸਿੱਧੂ ਮੇਨ ਨੇ, ਪ੍ਰਮੁੱਖ ਨੇ, ਇਹਨਾਂ ਨੂੰ ਜ਼ਿਆਦਾ ਨਿਗਰਾਨੀ ਇਹਨਾਂ ਤੇ ਹੋਵੇਗੀ।
ਔਰ ਇਹਨਾਂ ਦਾ ਪੈਂਤੜਾ ਵੀ ਤੇ ਸੰਯੁਕਤ ਕਿਸਾਨ ਮੋਰਚੇ ਦਾ ਵੀ ਤੇ ਹੋਰ ਕਿਸਾਨ ਜਥੇਬੰਦੀਆਂ ਦਾ ਵੀ ਤੇ ਨੌਜਵਾਨਾਂ ਦੇ ਵੀ ਤੇ ਸੋਸ਼ਲ ਮੀਡੀਆ ਦਾ, ਇਹ ਸਾਰੀਆਂ ਚੀਜ਼ਾਂ ਤੇ ਨਜ਼ਰ ਆਉਣ ਵਾਲੇ ਦਿਨਾਂ 'ਚ ਹੋਵੇਗੀ। ਪਰ ਜ਼ਮਾਨਤ ਉਹਨਾਂ ਨੂੰ ਮਿਲ ਗਈ ਹੈ, ਅਜੇ ਤੱਕ ਦੀ ਇਹੋ ਖਬਰ ਹੈ। ਤੇ ਹੀਰ ਸਾਹਿਬ, ਤੁਸੀਂ ਦੀਪ ਸਿੱਧੂ ਦੇ ਮਾਮਲੇ ਤੇ ਤਾਂ ਜਾਣਕਾਰੀ ਦੇ ਦਿੱਤੀ, ਤੇ ਹੁਣ ਅਮਰੀਕਾ ਦੀ ਧਰਤੀ ਤੇ ਗੋਲੀਬਾਰੀ ਹੋਈ ਹੈ ਤੇ 4 ਸਿੱਖ ਨੌਜਵਾਨਾਂ ਦੀ ਮੌਤ ਹੋਈ ਹੈ। ਸਾਰਾ ਮਾਮਲਾ ਕੀ ਹੈ, ਇਹ ਤੁਸੀਂ ਸਮਝਾਓ ਜ਼ਰਾ। ਚਾਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦੀ ਮੌਤ ਹੋਈ ਹੈ। ਨੌਜਵਾਨਾਂ ਦੀ ਹੈ ਜਾਂ ਨਹੀਂ, ਇਸ ਗੱਲ ਬਾਰੇ ਇਹ ਹਲੇ ਸ਼ੰਕਾ ਹੈ ਜੀ, ਜਾਂ ਇਸ ਵਿੱਚ ਸਾਰੇ ਮਰਦ ਸਨ ਜਾਂ ਔਰਤਾਂ ਸਨ, ਇਸ ਗੱਲ ਦਾ ਵੀ ਅਜੇ ਡਾਊਟ ਹੈ। ਇੰਡੀਆਨਾਪੋਲਿਸ ਨਾਂ ਦਾ ਇੱਕ ਸ਼ਹਿਰ ਹੈ ਜੀ, ਔਰ ਉੱਥੇ ਫੈਡੈਕਸ ਜਿਹੜੀ ਕੋਰੀਅਰ ਕੰਪਨੀ ਹੈ, ਉਸ ਦੇ ਇੱਕ ਵੱਡੇ ਦਫ਼ਤਰ ਦੇ ਵਿੱਚ ਉਹਨਾਂ ਦੀ ਆਊਟਲੈਟ ਫੈਸਿਲਿਟੀ ਹੈ। ਉੱਥੇ ਕੰਮ ਕਰਦੇ ਹੋਏ ਵਿਅਕਤੀਆਂ ਤੇ ਜਿਹੜੀ ਹੈ ਗੋਲੀਬਾਰੀ ਕੀਤੀ ਗਈ ਹੈ। ਵੀਰਵਾਰ ਰਾਤ ਨੂੰ ਇਹ ਘਟਨਾ ਵਾਪਰੀ ਹੈ ਤੇ ਇੱਕ 19 ਸਾਲਾਂ ਦਾ ਇੱਕ ਨੌਜਵਾਨ ਜਿਹੜਾ ਇਸ ਲਈ ਦੋਸ਼ੀ ਪਾਇਆ ਗਿਆ, ਉਹ ਦੱਸਿਆ ਜਾਂਦਾ ਹੈ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ ਹੈ, ਪਰ ਉਸਨੇ ਉਹ ਇਸੇ ਫੈਸਿਲਿਟੀ ਵਿੱਚ ਪਹਿਲਾਂ ਕੰਮ ਵੀ ਕਰਦਾ ਸੀ। ਸੋ ਜ਼ਾਹਿਰਾ ਤੌਰ ਤੇ ਹੋ ਸਕਦਾ ਕਿ ਇਹਨਾਂ ਲੋਕਾਂ ਨੂੰ ਜਾਣਦਾ ਹੋਵੇ। ਤੇ ਇੱਕ ਗੱਲ ਮੈਂ ਹੋਰ ਦੱਸ ਦੇਵਾਂ ਕਿ ਪਿਛਲੇ ਸਾਲ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਮਾਂ ਨੇ ਹੀ ਸ਼ਿਕਾਇਤ ਕੀਤੀ ਸੀ ਕਿ ਇਸ ਕੋਲ ਕੋਈ ਬੰਦੂਕ ਹੈ ਤੇ ਫਿਰ ਉਸ ਨੂੰ ਪੁਲਿਸ ਨੇ ਸੱਦ ਕੇ ਉਸ ਦੀ ਪੁੱਛਗਿੱਛ ਕੀਤੀ ਤੇ ਫਿਰ ਉਸ ਨੂੰ ਸ਼ਾਇਦ ਕੋਈ ਵਾਰਨਿੰਗ ਦੇ ਕੇ ਜਾਂ ਥੋੜੀ ਉਮਰ ਦਾ ਕਰਕੇ ਉਸ ਨੂੰ ਛੱਡ ਦਿੱਤਾ, ਇਹ ਕਹਿ ਕੇ ਕਿ ਇਹ ਹਿੰਸਕ ਨਹੀਂ ਲੱਗਦਾ ਤੇ ਇਹਦੀਆਂ ਗੱਲਾਂ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ, ਬੰਦੂਕ ਇਸ ਦੇ ਕੋਲ ਜ਼ਰੂਰ ਹੈ, ਪਰ ਅਸੀਂ ਇਸ ਨੂੰ ਹੁਣ ਛੱਡ ਰਹੇ ਹਾਂ। ਹੁਣ ਜਿਹੜੇ ਲੋਕ ਉੱਥੇ ਮੌਜੂਦ ਸਨ, ਉਹਨਾਂ ਨੇ ਗੱਲ ਦੱਸੀ ਹੈ ਕਿ ਇਸ ਕੋਲ ਆਟੋਮੈਟਿਕ ਰਾਈਫਲ ਵਰਗਾ ਹਥਿਆਰ ਸੀ। ਇਸ ਨੇ ਕੁੱਲ ਮਿਲਾ ਕੇ 8 ਲੋਕਾਂ ਦੀ ਹੱਤਿਆ ਕੀਤੀ ਹੈ, ਤਕਰੀਬਨ 12-13 ਜ਼ਖਮੀ ਨੇ। 4 ਲੋਕ ਫੈਸਿਲਿਟੀ ਦੇ ਬਾਹਰ ਮਾਰੇ ਗਏ ਨੇ ਤੇ 4 ਅੰਦਰ ਮਾਰੇ ਗਏ ਨੇ। ਇਸ ਫੈਸਿਲਿਟੀ ਦੇ ਵਿੱਚ ਪੰਜਾਬੀ ਮੂਲ ਦੇ ਸਿੱਖ ਭਾਈਚਾਰੇ ਦੇ ਲੋਕ ਕਾਫੀ ਵਸਦੇ ਨੇ ਔਰ ਕੰਮ ਕਰਦੇ ਨੇ, ਇਸ ਏਰੀਏ ਦੇ ਵਿੱਚ ਵੀ ਵਸਦੇ ਨੇ ਤੇ ਕੰਮ ਕਰਦੇ ਨੇ। ਹੁਣ ਇਹ ਨਸਲੀ ਘਟਨਾ ਹੈ ਜਾਂ ਕੀ ਹੈ, ਇਸ ਗੱਲ ਦੀ ਜਾਂਚ FBI ਨੂੰ ਸੌਂਪ ਦਿੱਤੀ ਗਈ ਹੈ। ਪਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਇੰਡੀਆਨਾਪੋਲਿਸ ਦੇ ਵਿੱਚ ਵੀ ਪਿਛਲੇ ਦਿਨਾਂ ਵਿੱਚ ਅਸੀਂ ਇਸ ਦਾ ਅੰਦਾਜ਼ਾ ਲਾਈਏ ਤੇ ਤੀਸਰੀ ਇਸ ਤਰ੍ਹਾਂ ਦੀ ਘਟਨਾ ਹੈ। ਅਮਰੀਕਾ ਦੇ ਹੋਰ ਸ਼ਹਿਰਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਉਹਨਾਂ ਨੇ ਇਹ ਗੱਲ ਲਫ਼ਜ਼ ਵਰਤਿਆ ਕਿ ਸਾਡੇ ਲਈ ਇਹ ਸ਼ਰਮ ਵਾਲੀ ਗੱਲ ਹੈ, ਸਾਨੂੰ ਇਹ ਗੱਲਾਂ ਦੁਨੀਆ ਦੇ ਸਾਹਮਣੇ ਸ਼ਰਮਸਾਰ ਕਰ ਰਹੀਆਂ ਨੇ ਤੇ ਸਾਨੂੰ ਬਹੁਤ ਕੁਝ ਸੋਚਣਾ ਪਵੇਗਾ ਕਿ ਨੌਜਵਾਨ ਜਾਂ ਕਈ ਲੋਕ ਇਸ ਤਰ੍ਹਾਂ ਇਸ ਪਾਸਿਬਲ ਨੂੰ ਕਿਉਂ ਜਾ ਰਹੇ ਨੇ ਤੇ ਕਿਹੜੀਆਂ ਚੀਜ਼ਾਂ ਇਹਨਾਂ ਨੂੰ ਉੱਧਰ ਨੂੰ ਧੱਕ ਰਹੀਆਂ ਨੇ ਤੇ ਇਹਨਾਂ ਕੋਲ ਹਥਿਆਰਾਂ ਦੀ ਮੌਜੂਦਗੀ ਕਿਵੇਂ ਆ ਤੇ ਇਹਨਾਂ ਕੋਲ ਹਥਿਆਰ ਇੰਨੇ ਸੌਖਿਆਂ ਕਿਵੇਂ ਪਹੁੰਚ ਜਾਂਦੇ ਨੇ। ਪਰ ਸਿੱਖ ਭਾਈਚਾਰੇ ਦੇ ਮੈਂ ਦੱਸ ਦੇਵਾਂ ਕਿ ਇਸ ਤਰ੍ਹਾਂ ਦੇ ਹਮਲੇ ਪਹਿਲਾਂ ਵੀ ਹੁੰਦੇ ਰਹੇ ਨੇ ਔਰ ਇੱਕ ਗੁਰਦੁਆਰਾ ਸਾਹਿਬ ਤੇ ਮੈਡੀਸਨ ਸ਼ਹਿਰ ਹੈ, ਵਿਸਕਾਂਸਨ ਸਟੇਟ ਹੈ, ਉੱਥੇ ਪਹਿਲਾਂ ਇੱਕ ਗੁਰਦੁਆਰੇ ਦੇ ਵਿੱਚ ਹਮਲਾ ਹੋਇਆ ਸੀ ਤੇ ਉੱਥੇ ਕਈ ਲੋਕ ਮਾਰੇ ਗਏ ਸਨ। ਤਾਂ ਇਸ 19 ਸਾਲਾਂ ਦੇ ਨੌਜਵਾਨ ਨੇ ਵਿਅਕਤੀਆਂ ਤੇ ਗੋਲੀ ਚਲਾ ਕੇ ਖੁਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਹੈ। ਤੇ ਆਪਾਂ ਵਿਚਾਰ ਚਰਚਾ ਪ੍ਰੋਗਰਾਮ 'ਚ ਅਗਲੇ ਮੁੱਦੇ ਵਿਚਾਰਾਂਗੇ, ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ ਤੇ ਕੁਲਦੀਪ ਜੀ ਤੁਹਾਡੇ ਵੱਲ ਹੀ ਆਉਂਦੇ ਹਾਂ। ਤੀਰਥ ਸਿੰਘ ਰਾਵਤ ਦਾ ਨਾਮ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ, ਫਿਰ ਉਹਦੀ ਜ਼ੁਬਾਨ ਨੇ ਹੁਣ ਕੀ ਬੋਲ ਦਿੱਤਾ? ਵੈਸੇ ਉਹ ਕਈ ਗੱਲਾਂ ਕਰਕੇ ਚਰਚਾ ਵਿੱਚ ਰਹਿੰਦੇ ਨੇ, ਕਈ ਵਿਵਾਦਗ੍ਰਸਤ ਬਿਆਨ ਦਿੰਦੇ ਨੇ। ਪਿੱਛੇ ਜੇ ਕਹਿੰਦੇ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਬਿਆਨ ਦਿੱਤਾ ਤੇ ਫਿਰ ਅਮਿਤ ਸ਼ਾਹ ਨੇ ਉਹਨਾਂ ਨੂੰ ਬੁਲਾ ਲਿਆ ਤੇ ਸ਼ਾਮ ਨੂੰ ਕਹਿੰਦੇ ਜੀ ਮੈਨੂੰ ਡਾਕਟਰਾਂ ਨੇ ਕੁਆਰੰਟਾਈਨ ਕਰ ਦਿੱਤਾ। ਖੈਰ ਇਹ ਤਾਂ ਉਹ ਹੀ ਜਾਣਦੇ ਨੇ, ਇਹ ਵੀ ਇੱਕ ਬੜਾ ਵਧੀਆ ਸਿਸਟਮ ਹੈ। ਤੀਰਥ ਸਿੰਘ ਰਾਵਤ ਇਸ ਵੇਲੇ ਖਬਰਾਂ 'ਚ ਨੇ ਕਿਉਂਕਿ ਉਹਨਾਂ ਦੇ ਸੂਬੇ ਦੇ ਤਹਿਤ ਪਿੰਡ ਦੇ ਇਤਿਹਾਸਿਕ ਨਗਰ ਹਰਿਦੁਆਰ ਦੇ ਵਿੱਚ ਕੁੰਭ ਮੇਲਾ ਜੋ 12 ਸਾਲ ਬਾਅਦ ਆਉਂਦਾ ਚੱਲ ਰਿਹਾ। ਪਰ ਜਦੋਂ ਧਾਰਮਿਕ ਆਸਥਾ ਦੀ ਤੇ ਭਾਵਨਾਵਾਂ ਦੀ ਤੇ ਇਹਨਾਂ ਜੁੜੇ ਹੋਏ ਲੋਕਾਂ ਦੀ ਗੱਲ ਆਉਂਦੀ ਹੈ, ਦੁਨੀਆ ਭਰ ਦੀਆਂ ਸਰਕਾਰਾਂ ਕੁਛ ਇੱਕ ਮੁਲਕਾਂ ਨੂੰ ਛੱਡ ਕੇ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੇ, ਆਸਥਾਵਾਂ ਨੇ, ਉਹਨਾਂ ਵਿੱਚ ਦਖਲਅੰਦਾਜ਼ੀ ਕਰਨ ਤੋਂ ਬਚਦੀ ਹੈ। ਅਸੀਂ ਗੱਲ ਕਰਦੇ ਹਾਂ ਕਿ ਅਮਰੀਕਾ ਜਾਂ ਹੋਰ ਜਿਹੜੇ ਇੰਗਲੈਂਡ ਵਰਗੇ ਮੁਲਕ ਨੇ, ਇੱਥੋਂ ਤੱਕ ਕਿ ਪਾਕਿਸਤਾਨ ਦੇ ਵਿੱਚ ਵੀ ਇਸਲਾਮਿਕ ਕੰਟਰੀ ਹੈ, ਇੱਕ ਧਰਮ ਦਾ ਉਹ ਮੁਲਕ ਹੈ। ਉੱਥੇ ਵੀ ਸਾਡੇ ਜਾਂਦੇ ਨੇ, ਹਿੰਦੂ ਵੀਰ ਵੀ ਜਾਂਦੇ ਨੇ, ਸਿੱਖ ਵੀ ਜਾਂਦੇ ਨੇ। ਇਹਨਾਂ ਦੇ ਬਹੁਤ ਸਾਰੇ ਧਾਰਮਿਕ ਸਥਾਨ ਨੇ। ਟੁੱਟਣ ਭੱਜਣ ਦੀ, ਉਹਨਾਂ ਦੇ ਜਾਂ ਕਿਸੇ ਨੁਕਸਾਨ ਦੀ ਜਾਂ ਹਮਲੇ ਦੀ ਜਦੋਂ ਕੋਈ ਖਬਰ ਆਉਂਦੀ ਹੈ ਤਾਂ ਫਿਰ ਅਸੀਂ ਸਾਰੇ ਪਿੱਟਦੇ ਹਾਂ, ਭੱਜਦੇ ਹਾਂ। ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਗਿਆ, ਉਹ ਇਸੇ ਤਰ੍ਹਾਂ ਦੀ ਇੱਕ ਭਾਵਨਾ, ਆਸਥਾ ਲੋਕਾਂ ਦੀ ਨੂੰ ਇੱਕ ਰਸਤਾ ਦਿੱਤਾ ਗਿਆ। ਇਸੇ ਕਰਕੇ ਉਸੇ ਤੇ ਜੋ ਫੀਸ ਲਈ ਗਈ ਹੈ ਉਸ ਨੂੰ ਵਾਪਸ ਲੈਣ ਦੀ ਗੱਲ ਚੱਲ ਰਹੀ ਸੀ। ਹੁਣ ਫਰਾਂਸ ਨੇ ਕੁਝ ਸਮਾਂ ਪਹਿਲਾਂ ਇਹੋ ਜਿਹੇ ਫੈਸਲੇ ਕਰ ਦਿੱਤੇ ਕਿ ਧਾਰਮਿਕ ਚਿੰਨ੍ਹਾਂ ਦਾ ਜਾਂ ਆਜ਼ਾਦੀ ਦਾ ਪ੍ਰਗਟਾਵਾ ਜਿਹੜਾ ਸਾਡੇ ਮੁਲਕ ਦੇ ਵਿੱਚ ਇਹਨਾਂ ਗੱਲਾਂ ਦੀ ਥਾਂ ਨਹੀਂ ਹੈ। ਇਹ ਧਾਰਮਿਕ ਆਜ਼ਾਦੀ ਜਿੱਥੇ ਦੇ ਤੁਸੀਂ ਹੋ ਜਾਂ ਜੋ ਵੀ ਹੈ ਤੁਹਾਡਾ, ਉਹਨੂੰ ਉੱਥੇ ਉਵੇਂ ਰੱਖੋ। ਸਾਡੇ ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਇਸ ਦਾ ਦਖਲ ਨਾ ਵਧਾਓ। ਚਾਰਲੀ ਐਬਡੋ ਨਾਂ ਦੀ ਅਖਬਾਰ ਸੀ ਉਹਨਾਂ ਦੀ, ਉਹਨਾਂ ਨੇ ਪੈਗੰਬਰ ਮੁਹੰਮਦ ਸਾਹਿਬ ਦੇ ਕਾਰਟੂਨ ਛਾਪ ਦਿੱਤੇ ਤੇ ਮੁੜ ਕੇ ਉਹਨਾਂ ਦੇ ਦਫ਼ਤਰ ਦੇ ਉੱਪਰ ਹਮਲੇ ਹੁੰਦੇ ਰਹੇ। ਕਈ ਅੱਤਵਾਦੀ ਹਮਲੇ ਹੋਏ ਫਰਾਂਸ ਦੇ ਉੱਪਰ, ਬੜਾ ਖਾਮਿਆਜ਼ਾ ਭੁਗਤਣਾ ਪਿਆ ਲੋਕਾਂ ਨੂੰ। ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਹੁਣ ਭਾਰਤ ਦੇ ਵਿੱਚ ਤੇ ਇਹ ਭਾਰਤ ਦੀ ਤੇ ਪਛਾਣ ਹੀ ਇਹੋ ਆ
ਕਿ ਇਸ ਤਰ੍ਹਾਂ ਬਹੁਤ ਭਿੰਨਤਾ ਵਾਲਾ ਦੇਸ਼ ਹੈ ਤੇ ਬਹੁਤ ਧਰਮਾਂ ਦੇ ਤੇ ਬਹੁਤ ਨਸਲਾਂ ਦੇ ਬਹੁਤ ਰੰਗਾਂ ਦੇ ਲੋਕ ਵਸਦੇ ਨੇ ਤੇ ਇੱਕ ਮਿਕ ਰਹਿੰਦੇ ਨੇ। ਸਾਡੀ ਤੇ ਪਛਾਣ ਹੀ ਇਹੋ ਆ, ਹੋਰ ਗੱਲਾਂ ਵੀ ਤੇ ਸਾਡੀਆਂ ਇੰਨੀਆਂ ਨਾਕਾਮੀਆਂ ਨੇ, ਇੰਨੀ ਬੁਰੀ ਤਰ੍ਹਾਂ ਅਸੀਂ ਫੇਲ ਹੋਏ ਆ ਐਜ਼ ਏ ਕੰਟਰੀ, ਤੇ ਸਾਡੇ ਕੋਲ ਤੇ ਹੈ ਹੀ ਇਹੋ ਕੁਛ ਭਾਈਚਾਰਾ। ਹੁਣ ਕੁੰਭ ਦਾ ਮੇਲਾ ਲੱਗਦਾ ਹਰਿਦੁਆਰ ਦੇ ਵਿੱਚ ਹੈ, ਇਸੇ ਤਰ੍ਹਾਂ ਹੋਲੇ ਮਹੱਲੇ ਦਾ ਹੁੰਦਾ ਅਨੰਦਪੁਰ ਸਾਹਿਬ ਦੇ ਵਿੱਚ, ਇਸੇ ਤਰ੍ਹਾਂ ਮੁਸਲਿਮ ਭਾਈਚਾਰੇ ਦੇ ਵੀ ਆਪਣੇ ਉਹਨਾਂ ਦੇ ਸਮਾਗਮ ਹੁੰਦੇ ਨੇ, ਈਸਾਈਆਂ ਦੇ ਵੀ ਹੁੰਦੇ ਨੇ। ਸਾਰਿਆਂ ਵਾਸਤੇ ਰਾਸ਼ਟਰਪਤੀ ਵੱਲੋਂ, ਪ੍ਰਧਾਨ ਮੰਤਰੀ ਵੱਲੋਂ ਤੇ ਹੋਰ ਆਗੂਆਂ ਵੱਲੋਂ ਬਿਆਨ ਵੀ ਦਿੱਤੇ ਜਾਂਦੇ ਨੇ। ਹੁਣ ਤੇ ਸੰਤਾਂ ਮਹਾਤਮਾਵਾਂ ਦੇ ਜਨਮ ਦਿਨਾਂ ਤੇ ਵੀ ਛੁੱਟੀਆਂ ਹੋਣ ਲੱਗ ਪਈਆਂ ਨੇ, ਸੋ ਉਹਨਾਂ ਨੂੰ ਮਾਨਤਾ ਮਿਲ ਰਹੀ ਹੈ। ਰਵਿਦਾਸ ਜੀ ਦਾ ਜਨਮ ਦਿਨ, ਵਾਲਮੀਕੀ ਦਾ ਜਨਮ ਦਿਨ ਪੰਜਾਬ ਵਿੱਚ ਬੜੇ ਜ਼ੋਰਾਂ ਸ਼ੋਰਾਂ ਨਾਲ ਮਨਾਏ ਜਾਂਦੇ ਨੇ। ਸੋ ਕੁੰਭ ਦੇ ਮੇਲੇ ਦੇ ਦੌਰਾਨ ਤੀਰਥ ਸਿੰਘ ਰਾਵਤ ਉੱਥੇ ਜਦੋਂ ਬਿਆਨ, ਉਹਨਾਂ ਨੂੰ ਕਿਸੇ ਨੇ ਪੱਤਰਕਾਰ ਵੀ ਗੱਲ ਛੇੜਦੇ ਨੇ, ਤੇ ਉਹ ਕਹਿੰਦੇ ਕਿ ਤੁਸੀਂ ਇਹਨਾਂ ਵਿੱਚ ਕੀ ਫਰਕ ਸਮਝਦੇ ਹੋ ਕਿ ਇੱਥੇ ਕਰੋਨਾ ਮਹਾਮਾਰੀ ਜਿਹੜੀ ਹੈ ਭਿਆਨਕ ਰੂਪ ਅਖਤਿਆਰ ਕਰਦੀ ਜਾ ਰਹੀ ਤੇ ਬਹੁਤ ਸਾਰੇ ਲੋਕ ਪੋਜ਼ਿਟਿਵ ਪਾਏ ਗਏ ਨੇ। ਸ਼ਾਹੀ ਇਸ਼ਨਾਨ ਵੀ ਹੁੰਦਾ ਹੈ ਤੇ ਉੱਥੇ ਬਹੁਤ ਸਾਰੇ ਲੋਕ ਇੱਕ ਜਗ੍ਹਾ ਤੇ ਇਕੱਠੇ ਨੇ ਤੇ ਇਸ ਤਰ੍ਹਾਂ ਇੱਕ ਬਹੁਤ ਕੇਸ ਸਾਹਮਣੇ ਆਏ ਨੇ। ਤੇ ਤੁਸੀਂ ਜਿਹੜਾ ਪਿਛਲੇ ਸਾਲ ਨਿਜ਼ਾਮੁਦੀਨ ਮਰਕਜ਼ ਤੇ ਤਬਲੀਗੀ ਜਮਾਤ ਵਾਲਿਆਂ ਨੂੰ ਭੰਡਿਆ ਗਿਆ ਮੀਡੀਆ ਵੱਲੋਂ ਜਾਂ ਸਰਕਾਰ ਵੱਲੋਂ, ਉਸ ਨਾਲ ਕਿਵੇਂ ਤੁਲਨਾ ਕਰਦੇ ਹੋ? ਉਸ ਇਕੱਠ ਨੂੰ ਕਿਵੇਂ ਭੰਡਿਆ ਗਿਆ ਤੇ ਇਹਦੀ ਹੁਣ ਕਿਉਂ ਨਹੀਂ ਗੱਲ ਕਰਦੇ? ਉਹ ਕਹਿੰਦੇ ਜੀ ਕਿ ਉਹ ਕਿਸੇ ਇੱਕ ਕਲੋਜ਼ਡ ਜਗ੍ਹਾ ਤੇ ਸੀ, ਉਹ ਇੱਕ ਬੰਦ ਜਗ੍ਹਾ ਜਿਵੇਂ ਕੋਠੀ ਨਵਾਂ ਜਗ੍ਹਾ ਦੇ ਵਿੱਚ ਉਹ ਬੜੇ ਹੋਏ ਸੀ ਸਾਰੇ, ਤੇ ਇੱਥੇ ਤੇ ਖੁੱਲੇ ਦੇ ਵਿੱਚ ਮਾਹੌਲ ਹੈ ਤੇ ਗੰਗਾ ਮਈਆ ਵਗਦੀ ਹੈ ਤੇ ਇਹ ਇੱਥੇ ਤੇ ਕਰੋਨਾ ਹੋਣਾ ਹੀ ਨਹੀਂ, ਜੋ ਤੁਸੀਂ ਮਰਜ਼ੀ ਕਾਖ ਲਓ। ਪਰ ਰੁਕੇ ਨਹੀਂ, ਉਹਨਾਂ ਨੇ ਗੱਲਾਂ ਹੋਰ ਵੀ ਕੀਤੀਆਂ, ਉਹਨਾਂ ਨੇ ਕੰਪੈਰੀਜ਼ਨ ਉਹ ਕਰਦੇ ਗਏ। ਉਹਨਾਂ ਨੇ ਇੱਕ ਗੱਲ ਇੱਥੋਂ ਤੱਕ ਆਖ ਦਿੱਤੀ ਕਿ ਇਹ ਸਾਡੇ ਆਪਣੇ ਲੋਕ ਨੇ ਤੇ ਉਹ ਤੇ ਬੇਗਾਨੇ ਸਨ, ਉੱਥੇ ਦੇ ਬਾਹਰਲੇ ਦੇਸ਼ਾਂ ਦੇ ਲੋਕ ਆਏ ਹੋਏ ਸੀ, ਇੰਡੋਨੇਸ਼ੀਆ ਦੇ ਵੀ ਸਨ, ਨੇਪਾਲ ਦੇ ਵੀ ਸਨ, ਸਿੰਗਾਪੁਰ ਦੇ ਵੀ ਸਨ, ਤੇ ਉਹ ਤੇ ਉੱਥੇ ਲੋਕ ਆਏ ਹੋਏ ਸੀ, ਤੇ ਇਸ ਕਰਕੇ ਸਾਨੂੰ ਉਹਨਾਂ ਨੇ ਬਦਨਾਮ ਕੀਤਾ ਤੇ ਅਸੀਂ ਉਹਨਾਂ ਦੀ ਖਿਚਾਈ ਕੀਤੀ ਹੈ। ਇਹ ਤਾਂ ਸਾਰੇ ਆਪਣੇ ਲੋਕ ਨੇ। ਹੁਣ ਮੇਰਾ ਖਿਆਲ ਜੇ ਉਹ ਉੱਥੇ ਜੇ ਗਿਣਤੀ ਕਰਨ ਲੱਗ ਪੈਣ ਤੇ ਲੋਕਾਂ ਦੀ ਨੈਸ਼ਨੈਲਿਟੀ ਚੈੱਕ ਕਰਨ ਲੱਗ ਪੈਣ ਤੇ ਉਹ ਕਹਿ ਸਕਦੇ ਵੀ ਸਾਰੇ ਭਾਰਤ ਆ। ਉੱਥੇ ਨੇਪਾਲ ਤੋਂ ਵੀ ਆਏ ਹੋ ਸਕਦੇ ਨੇ ਹਿੰਦੂ ਆਸਥਾ ਵਾਲੇ, ਵਿਦੇਸ਼ਾਂ ਤੋਂ ਵੀ ਖਰੇ ਕਿੱਥੋਂ ਲੋਕ ਆਉਂਦੇ ਨੇ। 12 ਸਾਲ ਦੇ ਬਾਅਦ ਆਈ ਇਹ ਗੱਲ ਹੈ। ਪਰ ਇਹ ਗੱਲ ਠੀਕ ਹੈ ਕਿ ਸਰਕਾਰ ਕੁੰਭ ਦੇ ਮੇਲੇ ਤੇ ਬੈਨ ਜਾਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਜਾਂ ਲੋਕਾਂ ਨੂੰ ਰਿਸਟ੍ਰਿਕਸ਼ਨਾਂ ਜਾਂ ਹਦਾਇਤਾਂ ਮੈਂ ਕਹਿ ਸਕਦਾ ਕਿ ਬਿਹਤਰ ਦੇ ਸਕਦੀ ਸੀ। ਇਸ ਤਰ੍ਹਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜਾਂ ਆਸਥਾਵਾਂ ਨੂੰ ਇੱਕ ਤਰ੍ਹਾਂ ਰੋਕ ਦੇਣਾ ਸਰਕਾਰ ਲਈ ਵੀ ਔਖਾ ਸੀ। ਇਹ ਗੱਲ ਤੇ ਹੋ ਸਕਦੀ ਹੈ, ਬੈਟਰ ਸਿਸਟਮ ਬਣਾਇਆ ਜਾ ਸਕਦਾ ਸੀ। ਉਹ ਬਣਾਇਆ ਜਾਂ ਨਹੀਂ ਬਣਾਇਆ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ। ਪਰ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਇੰਡਲਜ ਹੋ ਕੇ ਇੱਕ ਧਰਮ ਦੀ ਇੱਕ ਗੱਲ ਨੂੰ ਨੀਵਾਂ ਵਿਖਾਉਣਾ ਤੇ ਦੂਸਰੇ ਨੂੰ ਦੱਸਣਾ ਕਿ ਇਹ ਠੀਕ ਹੈ, ਇਹ ਉਹਨਾਂ ਦੀ ਮਾੜੀ ਗੱਲ ਹੈ। ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ, ਤੁਸੀਂ ਕੁਝ ਐਡ ਔਨ ਕਰਨਾ ਚਾਹੋ ਇਹਦੇ 'ਚ? ਨਹੀਂ, ਇਹਦੇ 'ਚ ਐਡ ਔਨ ਕਰਨ ਵਾਲੀ ਜਿਹੜੀ ਗੱਲ ਜਿਹੜੀ ਕੁਲਦੀਪ ਜੀ ਨੇ ਦੱਸੀ ਉਹ ਬਿਲਕੁਲ ਸਹੀ ਆ। ਧਾਰਮਿਕ ਭਾਵਨਾਵਾਂ ਜਾਂ ਧਾਰਮਿਕ ਆਸਥਾ ਜਿਹੜੀ ਆ ਉਹਦੇ ਲਈ ਲੋਕ ਬਹੁਤ ਪੱਕੇ ਹੁੰਦੇ ਨੇ, ਉਹਨਾਂ ਦਾ ਉਹਦੇ ਵਿੱਚ ਧਿਆਨ ਹੁੰਦਾ ਹੈ, ਆਸਥਾ ਹੁੰਦੀ ਆ ਤੇ ਅਸੀਂ ਉਡੀਕਦੇ ਵੀ ਹਾਂ ਉਸ ਗੱਲ ਨੂੰ। ਜਿੱਥੋਂ ਤੱਕ ਕੁੰਭ ਦੀ ਗੱਲ ਆ ਕੁਲਦੀਪ ਜੀ, ਇਹ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਆਯੋਜਨਾਂ 'ਚ ਮੰਨਿਆ ਜਾਂਦਾ। ਮਨੁੱਖੀ ਤੌਰ ਤੇ ਜਿੰਨੇ ਮਨੁੱਖ ਉੱਥੇ ਇਕੱਠੇ ਹੁੰਦੇ ਨੇ ਦੁਨੀਆ 'ਚ ਕਿਸੇ ਵੀ ਹੋਰ ਆਯੋਜਨ 'ਚ ਇਕੱਠੇ ਨਹੀਂ ਹੁੰਦੇ। ਮੈਨੂੰ 1-2 ਵਾਰ ਦੇਖਣ ਦਾ ਮੌਕਾ ਮਿਲਿਆ, ਬਹੁਤ ਹੀ ਕਮਾਲ ਦਾ ਆਯੋਜਨ ਹੁੰਦਾ। ਪਿਛਲੀ ਵਾਰ ਜਦੋਂ ਇਸ ਤੋਂ ਪਹਿਲਾਂ ਬਨਾਰਸ ਦੇ ਵਿੱਚ ਸੀ 2-3 ਸਾਲ ਪਹਿਲਾਂ, ਇਸੇ ਹੀ ਯੋਗੀ ਸਾਹਿਬ ਦੀ ਸਰਕਾਰ ਸੀ, ਬਾ ਮਿਸਾਲ ਪ੍ਰਬੰਧ ਕੀਤੇ ਗਏ ਸੀ ਉੱਥੇ। ਤੇ ਇਹ ਗੱਲ ਜਿਹੜੀ ਤੀਰਥ ਸਿੰਘ ਰਾਵਤ ਜੀ ਨੇ ਕਹੀ ਉਹ ਬਿਲਕੁਲ ਗਲਤ ਹੈ। ਕੁੰਭ ਦੇ ਵਿੱਚ ਲਗਭਗ ਸਾਰੇ ਦੁਨੀਆ ਤੋਂ ਮੀਡੀਆ ਉੱਥੇ ਆਉਂਦਾ ਜੀ। ਤੇ ਇੱਥੇ ਜਦੋਂ ਕੁੰਭ ਦੀ ਗੱਲ ਕਰੀਏ ਤੇ ਆਮ ਲੋਕਾਂ ਲਈ ਜਿੰਨਾ ਆਕਰਸ਼ਣ ਦਾ ਕੇਂਦਰ ਹੁੰਦਾ, ਉਸ ਤੋਂ ਵੀ ਜ਼ਿਆਦਾ ਇਹ ਸਾਧੂ ਸੰਤਾਂ ਲਈ ਆਕਰਸ਼ਣ ਦਾ ਕੇਂਦਰ ਹੁੰਦਾ, ਕਿਉਂਕਿ ਬਹੁਤ ਸਾਰੇ ਲੋਕ, ਬਹੁਤ ਸਾਰੇ ਸਾਧੂ ਸੰਤ ਇਹੋ ਜਿਹੇ ਨੇ ਜਿਹੜੇ ਸਿਰਫ ਕੁੰਭ ਦੇ ਦੌਰਾਨ ਹੀ ਨਾਰਮਲ ਲਾਈਫ 'ਚ ਆਉਂਦੇ ਨੇ। ਆਮ ਤੌਰ ਤੇ ਉਹ ਲੋਕ ਜੰਗਲਾਂ ਦੇ ਵਿੱਚ ਜਾਂ ਕਿਤੇ ਨਾ ਕਿਤੇ ਅਗਿਆਤਵਾਸ 'ਚ ਹੀ ਰਹਿੰਦੇ ਨੇ, ਤੇ ਉਹ ਸਿਰਫ ਜਦੋਂ ਇਹ ਕੁੰਭ ਦਾ ਸਮਾਂ ਆਉਂਦਾ ਉਦੋਂ ਹੀ ਉਹ ਆਉਂਦੇ ਨੇ, ਚਾਹੇ ਉਹ ਕਿਸੇ ਵੀ ਪ੍ਰਥਾ ਦੇ ਨਾਲ ਹੋਣ। 12-13 ਅਖਾੜੇ ਨੇ ਜਿਹੜੇ ਇਸ ਕੁੰਭ ਦੇ ਵਿੱਚ ਆਪਣਾ ਟੈਂਟ ਲਾਉਂਦੇ ਨੇ, ਆਪਣਾ ਪੂਰਾ ਤਾਂਡਵ ਰਚਾਉਂਦੇ ਨੇ, ਪੂਰਾ ਤਾਮ ਝਾਮ ਦੇ ਨਾਲ। ਉਹਨਾਂ ਲਈ ਇੱਕ ਬਹੁਤ ਵੱਡਾ ਤਿਉਹਾਰ ਹੈ ਤੇ ਮਾਹੌਲ ਹੈ। ਤੇ ਇੱਥੇ ਹੁਣ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਇੱਥੇ ਕਰੋਨਾ ਹੋ ਹੀ ਨਹੀਂ ਸਕਦਾ, ਇੱਦਾਂ ਕਿਤੇ ਨਹੀਂ ਹੋ ਸਕਦਾ। ਇੱਥੇ 50 ਤੋਂ ਜ਼ਿਆਦਾ ਸਾਧੂ ਸੰਤ ਜਿਹੜੇ ਪੋਜ਼ਿਟਿਵ ਪਾਏ ਗਏ ਆ, 1000 ਤੋਂ ਜ਼ਿਆਦਾ ਆਮ ਲੋਕ ਜਿਹੜੇ ਕੋਵਿਡ 'ਚ ਗਏ ਸੀ ਉਹਨਾਂ ਨੂੰ ਕਰੋਨਾ ਪੋਜ਼ਿਟਿਵ ਦੇ ਲੱਛਣ ਪਾਏ ਗਏ ਨੇ। ਇਹ ਆਪ ਵੀ ਕੋਵਿਡ ਪੋਜ਼ਿਟਿਵ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਵੀ ਯੂਪੀ ਦੇ ਜਿਹੜੇ ਸੀ ਉਹਨਾਂ ਨੂੰ ਵੀ ਕਰੋਨਾ ਪੋਜ਼ਿਟਿਵ ਹੋਇਆ, ਹਾਲਾਂਕਿ ਉਹ ਵੀ ਇੱਥੇ ਆ ਕੇ ਗਏ ਸੀ। ਤੇ ਬਹੁਤ ਸਾਰੀਆਂ ਘਟਨਾਵਾਂ ਤੋਂ ਬਾਅਦ ਜਿਹੜੇ 2 ਅਖਾੜੇ ਸੀ, ਨਿਰੰਜਨੀ ਤੇ ਆਨੰਦ, ਇਹਨਾਂ ਨੇ ਕਿਹਾ ਕਿ ਇੱਥੇ ਜਿਹੜਾ ਆ ਸਿਸਟਮ ਠੀਕ ਨਹੀਂ ਹੈਗਾ ਤੇ ਅਸੀਂ ਇਸ ਕੁੰਭ ਨੂੰ ਬੰਦ ਕਰਨ ਦੀ ਜਿਹੜੀ ਗੱਲਬਾਤ ਉਹ ਕਰਦੇ ਹਾਂ। ਤੇ ਸ਼ਾਇਦ ਉਹਨਾਂ ਨੇ ਆਪਣੇ ਤੌਰ ਤੇ ਘੋਸ਼ਣਾ ਵੀ ਕੀਤੀ, ਜਿਹਦੇ ਕਰਕੇ ਇੱਕ ਖਬਰ ਜੀ ਫੈਲ ਗਈ ਕਿ ਕੁੰਭ ਜਿਹੜਾ ਬੰਦ ਹੋ ਰਿਹਾ। ਕੁੱਲ ਮਿਲਾ ਕੇ ਕਿੰਨੇ ਦਿਨਾਂ ਦਾ ਪ੍ਰੋਗਰਾਮ ਹੁੰਦਾ ਅੰਮ੍ਰਿਤ ਜੀ? ਮੈਨੂੰ ਹੁਣ ਇਹਦੇ ਬਾਰੇ ਜ਼ਿਆਦਾ ਨਹੀਂ, ਪਰ ਇਹ ਸੰਗਰਾਂਦ ਤੋਂ ਸ਼ੁਰੂ ਹੁੰਦਾ ਤੇ ਕੁਝ ਲੰਬੇ ਸਮੇਂ ਤੱਕ ਚੱਲਦਾ। ਇਸ ਵਾਰੇ ਛੋਟਾ ਆ ਪਿਛਲੀ ਵਾਰ ਨਾਲੋਂ। ਤੇ ਇਹਦੇ ਲਈ ਜਦੋਂ ਇੱਕ ਵਾਰੀ ਕਿਸੇ ਪੱਤਰਕਾਰ ਨੇ, ਕਿਸੇ ਬਾਹਰਲੇ ਪੱਤਰਕਾਰ ਨੇ ਕਿਸੇ ਸਾਧੂ ਨੂੰ ਸੰਤ ਨੂੰ
ਪੁੱਛਿਆ ਸੀ ਕਿ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਆ, ਤੁਸੀਂ ਇਹਨਾਂ ਨੂੰ ਪੋਸਟ ਕਾਰਡ ਭੇਜਦੇ ਆ, ਲੈਟਰ ਪਾਉਂਦੇ ਆ, ਜਾਂ ਤੁਸੀਂ ਕਿੱਦਾਂ ਸੱਦਦੇ ਆ? ਤੇ ਫਿਰ ਉਹਨੇ ਉਹਨੂੰ ਦੱਸਿਆ ਸੀ ਕਿ ਸਾਡਾ ਤਾਂ ਇਹ ਜਿਹੜਾ ਇਹਦਾ ਸੱਦਾ ਆ ਉਹ 1 ਪੈਸੇ ਦੀ ਯੰਤਰੀ ਨਾਲ ਸਾਲ ਪਹਿਲਾਂ ਹੀ ਪਹੁੰਚ ਜਾਂਦਾ, 5 ਤਰੀਕ ਨੂੰ ਕੁੰਭ ਲੱਗਣਾ ਤੇ ਲੋਕ ਉੱਥੇ ਆਪਣੇ ਆਪ ਆ ਜਾਂਦੇ ਨੇ। ਹੁਣ ਉਹ ਜਿਹੜਾ ਉਹਨਾਂ ਦਾ 2 ਅਖਾੜਿਆਂ ਨੇ ਜਿਹੜੇ ਇਹਨੂੰ ਬੰਦ ਕਰਨ ਦੀ ਅਨਾਉਂਸਮੈਂਟ ਕੀਤੀ ਸੀ, ਉਸ ਤੋਂ ਬਾਅਦ ਜਿਹੜੇ ਹੋਰ ਅਖਾੜੇ ਆ ਉਹਦੇ 'ਚ ਦਿਗੰਬਰ ਵੀ ਆ, ਨਿਰਮੋਹੀ ਵੀ ਆ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਜਿਹੜਾ ਕੁੰਭ ਆ ਇਹਨੂੰ ਇਦਾਂ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਕੁੰਭ ਨੂੰ ਬੰਦ ਕਰਨ ਦਾ ਅਧਿਕਾਰ ਜਾਂ ਤਾਂ ਸਟੇਟ ਦੇ ਮੁੱਖ ਮੰਤਰੀ ਕੋਲ ਹੈ ਜਾਂ ਮੇਲਾ ਅਧਿਕਾਰੀ ਕੋਲ। ਪਰ ਮੈਂ ਕੁਲਦੀਪ ਜੀ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਤੇ ਤੁਸੀਂ ਵੀ ਸਹਿਮਤ ਹੋਵੋਗੇ ਤੇ ਮੇਰਾ ਖਿਆਲ ਦਰਸ਼ਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ। ਬਜਾਏ ਇਸ ਨੂੰ ਬੰਦ ਕਰਨ ਦੇ ਇਹਦੀ ਜਿਹੜੀ ਗਿਣਤੀ ਸੀ ਉਹਨੂੰ ਸੀਮਿਤ ਰੱਖਿਆ ਜਾਂਦਾ, ਉਹਦਾ ਸਿਸਟਮ ਪਹਿਲਾਂ ਤੋਂ ਡਿਜ਼ਾਈਨ ਕੀਤਾ ਜਾਂਦਾ। ਬਹੁਤ ਵੱਡਾ ਇਹ ਮਹਾ ਉਤਸਵ ਆ, ਭਾਰਤ ਦੀ ਪਛਾਣ ਆ ਇਸ ਗੱਲ ਦੇ ਵਿੱਚ ਕਿ ਅਸੀਂ ਕਿਹੋ ਜਿਹੇ ਤਿਉਹਾਰ ਮਨਾਉਂਦੇ ਆ ਤੇ ਇਹਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਸੀ। ਇਹਦੇ ਲਈ ਸਿਸਟਮ ਬਣਾਉਣਾ ਚਾਹੀਦਾ ਸੀ, ਜਿਹਦੇ ਲਈ ਲੱਗਦਾ ਆ ਕਿ ਉਹ ਸਰਕਾਰ ਜਿਹੜੀ ਉਨੀ ਸਫਲ ਨਹੀਂ ਹੋਈ ਜਿੰਨਾ ਉਹਨਾਂ ਨੂੰ ਹੋਣਾ ਚਾਹੀਦਾ ਸੀ। ਜੀ ਤੇ ਕੁਲਦੀਪ ਜੀ ਤੁਹਾਡੇ ਵੱਲੋਂ ਆਉਂਦੇ ਆ ਤੇ ਅਡਾਨੀ ਦਾ ਨਾਮ ਫਿਰ ਤੋਂ ਚਰਚਾ ਦੇ ਵਿੱਚ ਹੈ। ਅਮਰੀਕਾ 'ਚ ਉਹਦੀ ਇੱਕ ਕੰਪਨੀ ਨੂੰ ਕਹਿੰਦੇ ਕੋਈ ਘਾਟਾ ਪੈ ਗਿਆ, ਉਹ ਕਿੱਦਾਂ ਪਿਆ? ਘਾਟਾ ਤੇ ਅਜੇ ਪੈ ਸਕਦਾ ਹੈ। ਅੱਛਾ ਜੀ। ਇਹ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨੋਮਿਕ ਜ਼ੋਨ ਨਾਂ ਦੀ ਉਹਨਾਂ ਦੀ ਕੰਪਨੀ ਹੈ ਜੋ ਦੁਨੀਆ ਭਰ ਦੇ ਵਿੱਚ ਬੰਦਰਗਾਹਾਂ ਦਾ ਕੰਮ ਦੇਖਦੀ ਹੈ। ਅਮਰੀਕਾ ਦੇ ਵਿੱਚ ਡਾਓ ਜੋਨਸ ਜੋ S&P ਹੈ, ਜੋ ਉਹਨਾਂ ਦਾ ਇੰਡੈਕਸ ਹੈ ਸ਼ੇਅਰ ਮਾਰਕੀਟ ਦਾ, ਉਸ ਦੇ ਵਿੱਚ ਉਹ ਲਿਸਟਡ ਹੈ ਕੰਪਨੀ। ਡਾਓ ਨੇ ਇਸ ਕੰਪਨੀ ਨੂੰ ਸੂਚੀ 'ਚੋਂ ਬਾਹਰ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਇਸ ਕੰਪਨੀ ਨੂੰ ਇਸ ਸੂਚੀ ਵਿੱਚ ਨਹੀਂ ਰਹਿਣ ਦੇਵਾਂਗੇ। ਕਾਰਨ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਜੋ ਨਿਗਰਾਨੀ ਕੀਤੀ ਜਾਂਦੀ ਹੈ, ਉਸੇ ਸਬੰਧ ਦੇ ਵਿੱਚ ਮਿਆਂਮਾਰ ਦੇ ਵਿੱਚ ਕੁਝ ਦਿਨ ਪਹਿਲਾਂ ਰਾਜ ਪਲਟਾ ਹੋਇਆ ਸੀ। ਆਂਗ ਸਾਨ ਸੂ ਕੀ ਨੂੰ ਬਾਹਰ ਕਰ ਦਿੱਤਾ ਗਿਆ ਤੇ ਫੌਜ ਨੇ ਉੱਥੇ ਤਖਤਾ ਪਲਟ ਦਿੱਤਾ। ਤੇ ਪਿਛਲੇ ਦਿਨਾਂ ਦਾ ਜੇ ਹਿਸਾਬ ਕਿਤਾਬ ਜੋੜੀਏ ਤਾਂ 700 ਲੋਕਾਂ ਦੀ ਮੋਟੇ ਤੌਰ ਤੇ ਜਾਨ ਜਾ ਚੁੱਕੀ ਸਰਕਾਰੀ ਅੰਕੜਿਆਂ ਮੁਤਾਬਕ, ਜੋ ਸਰਕਾਰ ਦੇ ਖਿਲਾਫ, ਉੱਥੇ ਦੀ ਮਿਲਟਰੀ ਸਰਕਾਰ ਦੇ ਖਿਲਾਫ ਮੁਜ਼ਾਹਰੇ ਕਰ ਰਹੇ ਨੇ। ਤੇ ਅਡਾਨੀ ਸਾਹਿਬ ਤੇ ਇਲਜ਼ਾਮ ਇਹ ਹੈ ਕਿ ਉਹਨਾਂ ਦੀ ਕੰਪਨੀ ਨੇ ਇਸ ਸਭ ਦੇ ਚਲਦਿਆਂ ਮਨੁੱਖੀ ਅਧਿਕਾਰਾਂ ਦੀ ਜੋ ਲੋਕਾਂ ਦੇ ਦੇਸ਼ਾਂ ਨੇ ਜਾਂ UN ਨੇ ਪਾਬੰਦੀਆਂ ਲਾਈਆਂ ਹੋਈਆਂ ਨੇ, ਉੱਥੇ ਦੀ ਮਿਲਟਰੀ ਸਰਕਾਰ ਤੇ ਜਾਂ ਲੋਕਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ, ਉਸ ਪ੍ਰਤੀ ਉਹਨਾਂ ਦੀ ਖਿਚਾਈ ਕਰ ਰਹੀ ਹੈ। ਇਹਨਾਂ ਨੇ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਯੈਂਗੌਨ ਸ਼ਹਿਰ ਦੀ ਪੋਰਟ ਦੇ ਵਿੱਚ $290 ਮਿਲੀਅਨ ਦੀ ਲਾਗਤ ਨਾਲ ਮਿਲਟਰੀ ਦੀ ਸਰਕਾਰ ਦੇ ਨਾਲ ਇੱਕ ਸਮਝੌਤਾ ਕੀਤਾ ਹੈ, ਜਿਸ ਦੇ ਤਹਿਤ ਇੱਕ ਬੰਦਰਗਾਹ ਨੂੰ ਡਿਵੈਲਪ ਕੀਤਾ ਜਾ ਰਿਹਾ। ਬਹੁਤ ਵੱਡੀ ਇਹ ਰਕਮ ਹੈ। ਤੇ ਉੱਥੇ ਦੀ ਇੱਕ ਕੰਪਨੀ ਹੈ ਜੋ ਪਹਿਲਾਂ ਕੰਪਨੀ ਆਜ਼ਾਦਾਨਾ ਕੰਮ ਕਰਦੀ ਸੀ, ਪਰ ਹੁਣ ਮਿਲਟਰੀ ਨੇ ਆ ਕੇ ਉਹਨੂੰ ਸਾਂਭ ਲਿਆ ਤੇ ਬਰਮਾ ਦੇ ਵਿੱਚ ਰਾਜ ਪਲਟਾ, ਜੋ ਪਹਿਲਾਂ ਬਰਮਾ ਕਿਹਾ ਜਾਂਦਾ ਸੀ ਹੁਣ ਮਿਆਂਮਾਰ ਆਖਿਆ ਜਾਂਦਾ। ਮਿਆਂਮਾਰ ਦੇ ਵਿੱਚ ਜੋ ਫੌਜੀ ਸਰਕਾਰ ਹੈ ਉਸ ਦੇ ਨਾਲ ਤਾਲਮੇਲ ਰੱਖਣ ਦੇ ਕਾਰਨ ਇਹਨਾਂ ਨੂੰ S&P ਡਾਓ ਜੋਨਸ ਤੋਂ ਜਿਹੜਾ ਹੈ ਉਹ ਇੰਡੈਕਸ ਤੋਂ ਬਾਹਰ ਕਰ ਦਿੱਤਾ ਗਿਆ। ਇਸ ਨਾਲ ਨੁਕਸਾਨ ਕਿੰਨਾ ਕੁ ਹੋਵੇਗਾ, ਇਹ ਕਰੋੜਾਂ ਅਰਬਾਂ ਦੀਆਂ ਗੱਲਾਂ ਨੇ ਮੇਰੇ ਖਿਆਲ ਸਾਡੇ ਕਰਨ ਜੀ। ਤੇ ਵੈਸੇ ਮੁੱਦੇ ਤਾਂ ਹੋਰ ਵੀ ਨੇ ਇਸ ਪ੍ਰੋਗਰਾਮ 'ਚ ਵਿਚਾਰਨ ਵਾਲੇ, ਪਰ ਸਮਾਂ ਖਤਮ ਹੋ ਗਿਆ। ਕੁਲਦੀਪ ਸਿੰਘ ਹੀਰ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ, ਵਿਸਥਾਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਦੇ ਵਿਚਾਰ ਚਰਚਾ ਦੇ ਇਸ ਅੰਕ ਨਾਲ ਜੁੜਨ ਲਈ।